ਜੱਜ ਦਾ ਵਿਚਾਰ। ਚਾਹੀਦਾ ਵਿਚਾਰ ਪ੍ਰੋਗਰਾਮ 'ਚ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਵੇਖ ਰਹੇ ਹੋ ਤੁਸੀਂ। ਅਸੀਂ ਹਾਜ਼ਰ ਹੋ ਗਏ ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਵਧੀਆ। ਮੇਰੇ ਕਿਹੜਾ ਟੀਕਾ ਲੱਗਾ? ਨਹੀਂ ਉਹ ਆਪਾਂ ਦੂਸਰੀ ਡੋਜ਼ ਲਵਾਉਣੀ ਹੈ। ਪਰ ਮੈਂ ਤਾਂ ਪੁੱਛਿਆ ਵੀ 2 ਛੁੱਟੀਆਂ ਕੱਟ ਕੇ ਆਏ ਹੋ। 2 ਛੁੱਟੀਆਂ ਕੱਟ ਕੇ ਉਦਾਂ ਲੱਗਦਾ ਤਾਂ ਔਖਾ ਜਿਹਾ ਹੀ ਆ ਕਿਉਂਕਿ ਉਹ ਚਾਲ ਜੀ ਫੇਰ ਬਣਾਉਣੀ ਪੈਂਦੀ ਹੈ ਨਾ। ਪਰ ਠੀਕ ਆ, ਕੰਮ ਦਾ ਹਿੱਸਾ। ਉਹ ਪੂਰੀ ਤਰ੍ਹਾਂ ਨਾਲ ਸਕੂਲ ਵਾਲੇ ਦਿਨ ਚੇਤੇ ਆਉਂਦੇ ਨੇ ਨਾ, ਜਦੋਂ ਸਕੂਲ ਜਾਣਾ ਹੁੰਦਾ ਸੀ। ਸਕੂਲ ਦੇ ਵਿੱਚ ਤਾਂ ਘੜੀਸ ਕੇ ਛੱਡ ਕੇ ਆਉਂਦੇ ਸੀਗੇ। ਲੰਮੇ ਪੈ ਜਾਣਾ, ਅੱਡੀਆਂ ਲਾ ਲੈਣੀਆਂ, ਐ ਕਰਕੇ ਆਏ ਹਨਾ, ਪਰ ਲੈ ਜਾਂਦੇ ਸੀ ਘੜੀਸ ਕੇ। ਸਹੀ ਗੱਲ ਹੈ। ਇੱਥੇ ਹੁਣ ਆਪ ਆਉਣਾ ਪੈਂਦਾ। ਉਦੋਂ ਬਾਪੂ ਦੇ ਪੈਸਿਆਂ ਦਾ ਪਤਾ ਨਹੀਂ ਸੀ ਵੀ ਇਹ ਕਿਵੇਂ ਕਮਾਉਂਦੇ ਆ। ਹੁਣ ਜਦੋਂ ਆਪ ਨੂੰ ਕਮਾਉਣੇ ਪੈਂਦੇ ਪਤਾ ਲੱਗਦਾ ਵੀ ਭਾਈ ਬਾਪੂ ਜੀ ਸਹੀ ਸੀ, ਅਸੀਂ ਗਲਤ ਸੀ। ਬਿਲਕੁਲ ਸਹੀ ਗੱਲ ਹੈ। ਤੇ ਆਪਾਂ ਅੱਜ ਚਾਹੇ ਚਲੋ ਇੱਕ ਦਿਨ ਬਾਅਦ ਹੀ ਸਹੀ, ਪਰ ਫਿਰ ਵੀ ਅਧਿਆਪਕ ਦਿਵਸ ਦੀਆਂ ਅੱਜ ਵਧਾਈਆਂ ਦੇ ਦਿੰਦੇ ਹਾਂ, ਕਿਉਂਕਿ ਉਹਨਾਂ ਸਾਰੇ ਅਧਿਆਪਕਾਂ ਦੇ ਪੈਰਾਂ 'ਚ ਸਲਾਮ ਹੈ, ਉਹਨਾਂ ਨੂੰ ਪ੍ਰਣਾਮ ਹੈ ਕਿ ਦੁਨੀਆ ਦੇ ਵਿੱਚ ਚਾਹੇ ਕੋਈ ਪ੍ਰਧਾਨ ਮੰਤਰੀ ਬਣਿਆ, ਚਾਹੇ ਕੋਈ ਰਾਸ਼ਟਰਪਤੀ ਬਣਿਆ, ਚਾਹੇ ਕੋਈ ਮੁੱਖ ਮੰਤਰੀ ਬਣਿਆ, ਚਾਹੇ ਕੋਈ ਕਿਸੇ ਵੀ ਉੱਚੇ ਅਹੁਦੇ ਤੇ ਪਹੁੰਚਿਆ, ਜਿਹਨੇ ਕਹਿ ਲਓ ਵੀ ਆਪਣਾ ਨਾਂ ਬਣਾਇਆ, ਦੁਨੀਆ ਦਾ ਕੋਈ ਵੀ ਸ਼ਖਸ ਐਸਾ ਨਹੀਂ ਜਿਹਦੇ ਕੋਲ ਅਧਿਆਪਕ ਨਾ ਹੋਵੇ। ਬਿਲਕੁਲ ਸਹੀ। ਕਿਸੇ ਦੇ ਅਧਿਆਪਕ ਉਹਦੇ ਮਾਪੇ ਹੁੰਦੇ ਨੇ, ਕਿਸੇ ਦੇ ਅਧਿਆਪਕ ਉਹ ਹੁੰਦੇ ਨੇ ਜਿਹੜੇ ਸਕੂਲ 'ਚ ਪੜ੍ਹਾਉਂਦੇ ਨੇ, ਕੋਈ ਕਾਲਜ 'ਚ ਪੜ੍ਹਾਉਂਦੇ ਨੇ। ਸੋ ਸਾਰੇ ਹੀ ਅਧਿਆਪਕਾਂ ਨੂੰ 100 ਵਾਰ ਉਹਨਾਂ ਸਾਰੇ ਹੀ ਉਸਤਾਦਾਂ ਨੂੰ ਲੱਖ ਵਾਰ ਸਲਾਮ ਆ। ਉਹਨਾਂ ਦੇ ਪੈਰੀ ਪੈਣਾ ਕਰਦੇ ਆ। ਜਿਨ੍ਹਾਂ ਦੇ ਉਸਤਾਦ ਹੋਰ ਬਣਾਏ ਹੋਏ ਆ ਉਹਨਾਂ ਨੂੰ ਭਾਈ ਉਹਨਾਂ ਦੇ ਉਸਤਾਦ ਮੁਬਾਰਕ। ਸਾਨੂੰ ਤਾਂ ਉਹ ਉਸਤਾਦ ਚੰਗੇ ਲੱਗਦੇ ਆ ਜਿਹੜੇ ਸਾਨੂੰ ਪੜ੍ਹਾਉਂਦੇ ਰਹੇ ਆ, ਜਿਹੜੇ ਅੱਖਰ ਗਿਆਨ ਦਿੰਦੇ ਰਹੇ ਆ, ਜਿਹੜੇ ਕੰਨ ਪਟ ਕੇ ਇਹ ਗੱਲ ਕਹਿੰਦੇ ਰਹੇ, ਪੁੱਤ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਤਾਂ ਇਸ ਰਾਹ ਦੇ ਉੱਤੇ ਤਰੋ, ਕਿਤਾਬਾਂ ਦਾ ਸੰਗ ਰੱਖੋ। ਪਰ ਜਿਹੜੇ ਅੱਜ ਕੱਲ੍ਹ ਉਸਤਾਦ ਚੱਲਦੇ ਆ ਉਹਨਾਂ ਨੂੰ ਭਾਈ ਠੀਕ ਆ। ਬਿਲਕੁਲ ਸਹੀ ਹੈ। ਤੇ ਇੱਕ ਧੰਨਵਾਦ ਜ਼ਿੰਦਗੀ ਨੂੰ ਵੀ ਕਰੋ। ਅਧਿਆਪਕ ਦਿਵਸ ਦੀਆਂ ਵਧਾਈਆਂ ਇਸ ਜ਼ਿੰਦਗੀ ਨੂੰ ਵੀ ਦਿਓ, ਕਿਉਂਕਿ ਇਮਤਿਹਾਨ ਤਾਂ ਇਹਨੇ ਵੀ ਬਹੁਤ ਲਏ। ਕੀ ਬਾਤ ਆ, ਬਹੁਤ ਖੂਬ ਹੈ ਨਾ ਜੀ। ਤੇ ਹੁਣ ਮੌਸਮ ਦੀ ਹਾਲ ਬਿਆਨ। ਮੌਸਮ ਪੰਜਾਬ ਦਾ ਠੀਕ ਹੈ ਜੀ। ਇਹ 32 ਤੋਂ ਲੈ ਕੇ 33 ਡਿਗਰੀ ਤੱਕ ਹਰ ਰੋਜ਼ ਤਾਪਮਾਨ ਹੋ ਜਾਂਦਾ ਪੰਜਾਬ ਦੇ ਵਿੱਚ। ਪਿਛਲੇ 2-3 ਦਿਨਾਂ ਦੇ ਵਿੱਚ ਮੀਂਹ ਵੀ ਪਿਆ ਰੁਕ ਕੇ, ਕਈ ਥਾਵਾਂ ਤੇ ਵਾਹਵਾ ਪੈ ਗਿਆ, ਕਈ ਥਾਵਾਂ ਤੇ ਘੱਟ ਪਿਆ। ਤੇ ਮੌਸਮ ਵਿਭਾਗ ਕਹਿੰਦਾ ਵੀ ਆਉਂਦੇ 2 ਦਿਨ ਪੰਜਾਬ ਮੇ ਰਿਮਝਿਮ ਬਾਰਿਸ਼ ਹੋਗੀ। ਹੁਣ ਇਹ ਨਹੀਂ ਪਤਾ ਵੀ ਸੱਚੀ ਮੁੱਚੀ ਹੋਗੀ ਜਾਂ ਕਿਵੇਂ ਹੋਗੀ, ਪਰ ਹੋਗੀ ਆਂਦੇ ਜੀ। ਬਿਲकुल होगी। ਕਹਿੰਦੇ ਹਿਮਾਚਲ ਪ੍ਰदेश में भी होगी। येलो अलर्ट वहां जारी कर दिया है जी। कहते फिर तो मॉनसून एक्टिव हो गया। हाँ जी सरगर्म हो गया जी। कोई गल नहीं टाणा साहब, इन्नी घबराउण वाली गल नहीं है, पर मौसम बहुत ज्यादा बदल चुका है। ਤੁਸੀਂ ਸਿਰਫ ਇਹ ਦੱਸੋ ਮੈਂ ਹਿੰਦੀ ਚੋਂ ਮੈਨੂੰ 100 ਚੋਂ ਕਿੰਨੇ ਆਉਂਦੇ? ਮੈਨੂੰ ਪਤਾ ਨਹੀਂ ਲੱਗਿਆ ਤੁਸੀਂ ਹਿੰਦੀ ਬੋਲੇਗੇ ਪੰਜਾਬੀ। ਇਹ ਵੀ ਨਹੀਂ ਪਤਾ ਲੱਗਾ। ਉਹ ਵਿੱਚ ਰਲਵਾ ਮਿਲਵਾ ਜਿਹਾ ਹੀ ਕੁਝ ਚੱਲਿਆ। नहीं रिमझिम बारिश होगी। हाँ नहीं वो तो बिल्कुल सही सी। गणमान्य लोग भीग जाएंगे। गणमान्य लोग? हाँ ਉਹ ਕੌਣ ਹੁੰਦੇ? ਬਸ ਐਂ ਹੁੰਦੇ ਆ। ਉਹ ਸਾਰੇ ਹੀ ਭੀਗ ਜਾਣਗੇ ਜਿਹੜੇ ਪੈਦਲ ਜਾਣਗੇ। हाँ ਉੱਤੇ ਪੱਲੀ ਲੈ ਕੇ ਚੱलेंगे। ठीक है, रेनकोट डालेंगे। ਹੋਰ बहुत अच्छा लगेगा। ਤੇ गाड़ी में हौली हौली जाएंगे। हाँ ਇਹ ਨਾ ਹੋਏ ਤੁਰੇ ਜਾਂਦੇ का मुंह सिर वैसे ही लपेट जाओ। हम तिलकेंगे। हाँ बिल्कुल सही। हाँ हम विकास देखेंगे पंजाब का। सो खैर ਚਾਹੀਦਾ ਵਿਚਾਰ ਪੇਸ਼ ਕਰ ਦਿਓ। ਦੇਖੋ ਵੀ ਚੱਜ ਦਾ ਵਿਚਾਰ ਇਹ ਆ, ਬਹੁਤ ਖੂਬਸੂਰਤ ਆ। ਸਾਰੇ ਹੀ ਦਰਸ਼ਕ ਜਿਹੜੇ ਉਹ ਗੌਰ ਦੇ ਨਾਲ ਸੁਣਨ ਤੇ ਇਹਦੇ ਉੱਤੇ ਅਮਲ ਵੀ ਕਰਨ। ਅਮਲ ਕਰਨ ਇਸ ਰੂਪ ਦੇ ਵਿੱਚ ਵੀ ਅਸੀਂ ਪੜ੍ਹਨ ਦੀ ਆਦਤ ਪਾਉਣੀ ਆ ਤੇ ਹਰ ਹਾਲਤ ਦੇ ਵਿੱਚ ਪਾਉਣੀ ਆ। ਕੋਠੜੀ ਦੇ ਵਿੱਚ ਪਈਆਂ ਕਿਤਾਬਾਂ ਨੇ ਖੁਦਕੁਸ਼ੀ ਕਰ ਲਈ। ਓਹੋ। ਕੋਠੜੀ ਦੇ ਵਿੱਚ ਪਈਆਂ ਹੋਈਆਂ ਕਿਤਾਬਾਂ ਨੇ ਖੁਦਕੁਸ਼ੀ ਕਰ ਲਈ ਤੇ ਖੁਦਕੁਸ਼ੀ ਪੱਤਰ ਦੇ ਵਿੱਚ ਦੋਸ਼ੀ ਦਾ ਨਾਂ ਲਿਖਿਆ ਮੋਬਾਈਲ। ਕਿੰਨੀ ਡੂੰਗੀ ਗੱਲ ਕਹਿ ਗਏ ਹੋ। ਮਿਹਰਬਾਨੀ। ਕੀ ਕਹੀਏ ਇਸ ਬਾਰੇ 'ਚ ਤੇ ਕੀ ਨਹੀਂ। ਅੱਜ ਇਹ ਹਕੀਕਤ ਬਣ ਗਈ ਹੈ ਗੱਲ। ਉਹਨਾਂ ਲੋਕਾਂ ਨੂੰ ਵੀ ਸਲਾਮ ਹੈ ਟਾਣਾ ਸਾਹਿਬ ਜਿਹੜੇ ਇਸ ਮੋਬਾਈਲ ਦੀ ਸਹੀ ਵਰਤੋਂ ਕਰਦੇ ਨੇ, ਜਿਹੜੇ ਇਸ ਮੋਬਾਈਲ ਦੇ ਵਿੱਚ ਵੀ PDF ਜਿਹਨੂੰ ਆਪਾਂ ਕਹਿੰਦੇ ਆ ਉਹ ਕਿਤਾਬਾਂ ਰੱਖ ਕੇ ਪੜ੍ਹਦੇ ਨੇ। ਪਰ ਵਾਕਈ ਇਹਨਾਂ ਮੋਬਾਈਲਾਂ ਨੇ ਸਾਡਾ ਬਚਪਨ, ਸਾਡਾ ਸਮਾਂ, ਸਾਡੇ ਰਿਸ਼ਤੇ ਖਾ ਲਏ। ਪਰ ਇਹ ਸਾਡੇ ਆਪਣੇ ਹੱਥ 'ਚ ਹੈ ਕਿ ਅਸੀਂ ਇਹਨਾਂ ਮੋਬਾਈਲਾਂ ਦੇ ਨਾਲ ਜ਼ਿੰਦਗੀ ਕਿਵੇਂ ਜਿਉਣੀ ਹੈ। ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਹਫਤੇ ਦੇ ਵਿੱਚ ਘੱਟੋ ਘੱਟ ਇੱਕ ਦਿਨ ਐਸਾ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਦੋਂ ਘਰ ਦੇ ਵਿੱਚ ਹੋਵੇ ਤਾਂ ਮੋਬਾਈਲ ਤੋਂ ਬਿਲਕੁਲ ਦੂਰੀ ਬਣਾ ਕੇ ਰੱਖੇ। ਇੱਕ ਚੱਜ ਦਾ ਵਿਚਾਰ ਹੋਰ ਦੱਸਾਂ ਜੀ। ਬੱਚੇ ਨੇ ਇੱਟਾਂ ਪੱਥਦੀ ਹੋਈ ਆਪਣੀ ਮਾਂ ਨੂੰ ਪੁੱਛਿਆ। ਬੱਚੇ ਨੇ ਇੱਟਾਂ ਪੱਥਦੀ ਹੋਈ ਆਪਣੀ ਮਾਂ ਨੂੰ ਪੁੱਛਿਆ, ਮਾਂ ਇਹਦੇ ਤੋਂ ਕੀ ਬਣਦਾ? ਤੇ ਮਾਂ ਨੇ ਉਹਨੂੰ ਦੁਲਾਰਦੇ ਹੋਏ ਕਿਹਾ, ਪੁੱਤ ਰੋਟੀ। ਵਾਹ, ਰੋਟੀ ਤੇ ਤੇਰਾ ਭਵਿੱਖ है ना, क्योंकि इट्टा पत्थूगी तो रोटी मिलूगी। काम कोई बड़ा छोटा नहीं हुंदा, पर
ਕਹਿੰਦੇ ਹੁੰਦੇ ਆ ਨਾ ਵੀ ਇੱਕੋ ਜਿਹੜੇ ਲੋਕ ਜ਼ਮੀਨ ਨਾਲ ਜੁੜ ਕੇ ਜਿਹੜੇ ਵੱਧ ਮਿਹਨਤ ਕਰਦੇ ਨੇ ਉਹਨਾਂ ਨੂੰ ਹਮੇਸ਼ਾ 100 ਵਾਰ ਸਲਾਮ ਕਰਨੀ ਚਾਹੀਦੀ ਹੈ। ਬਾਕੀ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। ਕਹਿੰਦੇ ਕਿ ਕਦੇ ਵੀ ਕਿਸੇ ਦੇ ਮਾੜੇ ਵੇਲੇ ਤੇ ਕਦੇ ਵੀ ਕਿਸੇ ਦੇ ਵੀ ਮਾੜੇ ਵੇਲੇ ਤੇ ਕਦੇ ਵੀ ਕਿਸੇ ਦੇ ਮਾੜੇ ਹਾਲਾਤਾਂ ਦੇ ਉੱਪਰ ਮਾੜੇ ਹਾਲਾਤਾਂ ਦੇ ਉੱਤੇ ਹੱਸੋ ਨਾ। ਬਿਲਕੁਲ ਨਾ ਹੱਸੋ। ਇਹ ਸਮਾਂ ਜਨਾਬ ਚਿਹਰੇ ਯਾਦ ਰੱਖਦਾ ਹੈ। ਬਿਲਕੁਲ ਸਹੀ ਗੱਲ ਆ। ਸਾਨੂੰ ਇਹ ਗੱਲ ਆਪਦੇ ਚੇਤੇ ਦੇ ਵਿੱਚੋਂ ਵਿਸਾਰ ਲੈਣੀ ਚਾਹੀਦੀ ਆ ਕਿ ਫਲਾਣੇ ਨੂੰ ਜੋ ਮੈਂ ਕਿਹਾ ਸੀ ਉਹਨੂੰ ਚੇਤੇ ਨਹੀਂ। ਹਮੇਸ਼ਾ ਜਦੋਂ ਤੁਸੀਂ ਦੁੱਖ ਦੇ ਵਿੱਚ ਕਿਸੇ ਨੂੰ ਹੋਰ ਦੁੱਖ ਦਿੰਦੇ ਆ, ਜਦੋਂ ਬੰਦੇ ਨੂੰ ਤਪੇ ਨੂੰ ਹੋਰ ਤਪਾਉਨੇ ਆ, ਉਹਨੂੰ ਉਹ ਚੇਤੇ ਦੇ ਵਿੱਚ ਰਹਿੰਦਾ। ਅਸੀਂ ਕਈ ਵਾਰੀ ਕਿਸੇ ਨੂੰ ਤਪਾ ਕੇ ਭੁੱਲ ਜਾਂਦੇ ਆ, ਪਰ ਜਿਹਦੇ ਪਿੰਡੇ ਦੇ ਉੱਤੇ ਉਹ ਪੀੜ ਗੁਜ਼ਰੀ ਹੁੰਦੀ ਆ ਨਾ, ਉਹ ਬੰਦਾ ਕਦੇ ਭੁੱਲਦਾ ਨਹੀਂਗਾ। ਬਿਲਕੁਲ, ਔਰ ਸਮਾਂ ਵੀ ਕਦੇ ਨਹੀਂ ਭੁੱਲਦਾ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੋ ਕਿਸੇ ਦੇ ਨਾਲ ਕਰੋਗੇ ਉਹੀ ਤੁਹਾਡੇ ਨਾਲ ਹੋਏਗਾ, ਚਾਹੇ ਇੱਕ ਦਿਨ ਠਹਿਰ ਕੇ ਹੋ ਜਾਏ, ਚਾਹੇ ਇੱਕ ਸਾਲ ਠਹਿਰ ਕੇ ਹੋ ਜਾਏ, ਹੁੰਦਾ ਜ਼ਰੂਰ ਹੈ। ਬਿਲਕੁਲ ਸਹੀ। ਟਾਣਾ ਸਾਹਿਬ, ਤਸਵੀਰਾਂ ਵੇਖ-ਵੇਖ ਕੇ ਮਨ ਸਵਾਦ ਗੜੂੰਦ ਹੋ ਗਿਆ। ਹਾਂ, ਤਸਵੀਰਾਂ ਵੇਖ-ਵੇਖ ਕੇ ਮਨ ਸਰਸ਼ਾਰ ਹੋ ਗਿਆ। ਸੱਚੀ ਬਹੁਤ ਕੁਝ ਸੋਚਿਆ, ਮਨ ਭਾਵੁਕ ਵੀ ਹੋਇਆ ਤੇ ਖੁਸ਼ ਵੀ ਹੋਇਆ ਵੀ ਨਹੀਂ, ਜਿਉਂਦੀਆਂ ਜ਼ਮੀਰਾਂ ਵਾਲੇ ਲੋਕ ਹਾਲੇ ਹੈਗੇ ਨੇ। ਬਿਲਕੁਲ ਸਹੀ। ਮੈਂ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਰੈਲੀ ਹੋਈ, ਮਹਾਪੰਚਾਇਤ ਹੋਈ, ਉਹਦੀ ਗੱਲ ਕਰ ਰਹੀ ਹਾਂ। ਮੈਨੂੰ ਉਹ ਗੱਲ ਚੇਤੇ ਆ ਗਈ, ਤੁਸੀਂ ਦੱਸਦੇ ਹੁੰਦੇ ਹੋ ਕਿ ਜਦੋਂ ਕਿਸੇ ਮਸ਼ਹੂਰ ਗਾਇਕ ਦਾ ਅਖਾੜਾ ਲੱਗਣਾ ਪਿੰਡ ਦੇ ਵਿੱਚ ਤਾਂ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਲੋਕ ਹੀ ਲੋਕ, ਰੁੱਖਾਂ ਦੇ ਨਾਲ ਵੀ ਪੱਤੇ ਨਹੀਂ ਲੋਕ ਲੱਗੇ ਹੋਏ ਨਜ਼ਰ ਆਉਂਦੇ ਸੀ, ਕੰਧਾਂ ਦੇ ਉੱਪਰ ਵੀ ਲੋਕ ਬੈਠੇ ਨਜ਼ਰ ਆਉਂਦੇ ਸੀ। ਬਸ ਇਹੋ ਜਿਹਾ ਹੀ ਨਜ਼ਾਰਾ ਜਿਹੜਾ ਉਹ ਮੁਜ਼ੱਫਰਨਗਰ ਦੀ ਰੈਲੀ ਦੇ ਵਿੱਚ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਇਸ ਕਰਕੇ ਵੀ ਕਿਸਾਨ ਭੈਣਾਂ ਵੀਰਾਂ ਨੂੰ ਵਧਾਈ ਆ, ਮਜ਼ਦੂਰ ਵੀਰਾਂ ਨੂੰ ਵਧਾਈ ਆ, क्योंकि उन्होंने टिचरा करने लग पे सी कई लोग। ये गल कहने सी ये तो मुट्ठी भर लोग हैं, ये तो थोड़े से लोग हैं। हुण भी हरजीत गरेवाल गल कह रहा, कहना जी 4 जिले पंजाब दे आ, 2 जिले हरियाणे दे आ ते 1 जिला यूपी का, ते कहना भी ये 6-7 ਜ਼ਿਲ੍ਹਿਆਂ ਦਾ ਇਕੱਠ ਆ, ਇਹ ਕੋਈ ਬੜੀ ਵੱਡੀ ਗੱਲ ਨਹੀਂ। ਤੇ ਮੈਨੂੰ ਤਾਂ ਇਹ ਗੱਲ ਬੜੀ ਚੰਗੀ ਲੱਗੀ। ਜੇ 6-7 ਜ਼ਿਲ੍ਹਿਆਂ ਦਾ ਉੱਥੇ ਇਕੱਠ 5 ਲੱਖ ਹੋ ਸਕਦਾ ਤਾਂ ਇਹ ਸੋਚੋ ਵੀ ਬਾਕੀ ਜ਼ਿਲ੍ਹੇ ਜੇਕਰ ਇਕੱਠੇ ਹੋ ਗਏ ਫੇਰ ਕੀ ਬਣੂਗਾ। ਨਾਲੇ ਬੇਨਤੀ ਇਹ ਆ ਵੀ ਤੁਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ 4 ਜ਼ਿਲ੍ਹੇ ਹੀ ਆ ਜਿੱਥੇ ਕਿਸਾਨ ਅੰਦੋਲਨ ਆ, ਤੇ ਪੰਜਾਬ ਦੇ ਕੁੱਲ ਜ਼ਿਲ੍ਹੇ ਹੈਗੇ 19, ਤੁਸੀਂ ਬਾਕੀ 19 ਦੇ ਵਿੱਚ ਇਕੱਲੇ ਜਾਓ ਫਿਰ, ਕਿਉਂਕਿ ਅੰਦੋਲਨ ਤਾਂ 4 ਜ਼ਿਲ੍ਹਿਆਂ ਦੇ ਵਿੱਚ ਹੀ ਆ। ਬਾਕੀ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਪੁਲਿਸ ਬਿਲਕੁਲ ਨਹੀਂ ਲੈ ਕੇ ਜਾਣੀ ਚਾਹੀਦੀ, ਨਾਲ ਤੁਹਾਡੇ ਸੁਰੱਖਿਆ ਕਰਮਚਾਰੀ ਬਿਲਕੁਲ ਨਹੀਂ ਹੋਣੇ ਚਾਹੀਦੇ, ਕਿਉਂਕਿ 4 ਜ਼ਿਲ੍ਹਿਆਂ ਤੱਕ ਹੀ ਸੀਮਤ ਆ। ਹਰਿਆਣੇ ਦੇ 2 ਜ਼ਿਲ੍ਹਿਆਂ ਦੇ ਵਿੱਚ ਨਾ ਜਾਓ ਜਿੱਥੇ ਤੁਸੀਂ ਕਹਿੰਦੇ ਅੰਦੋਲਨ ਆ, ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਲਵਾਨੀ ਗੇੜਾ ਦਿਆ ਕਰੋ, ਕੱਲੇ ਸਕੂਟਰ ਤੇ ਜਾਇਆ ਕਰੋ, ਕਦੇ ਕਾਰ ਤੇ ਜਾਇਆ ਕਰੋ। ਮਤਲਬ ਇਹ ਆ ਵੀ ਤੁਹਾਨੂੰ ਸ਼ੀਸ਼ਾ ਦਿਖਾਤਾ ਕਿਸਾਨਾਂ ਨੇ। ਉਹ ਕਿਸਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹ ਤਾਂ ਭੜਕਾਏ ਹੋਏ ਹਨ, ਇਹ ਤਾਂ ਜੀ 2 ਸੂਬਿਆਂ ਦੇ ਹੀ ਹਨ, ਇਹ ਤਾਂ ਜੀ ਇਕੱਲੇ ਪੰਜਾਬ ਦੇ ਹੀ ਹਨ, ਉੱਥੇ 15 ਸੂਬਿਆਂ ਦੀਆਂ 300 ਕਿਸਾਨ ਜਥੇਬੰਦੀਆਂ ਦੇ 5 ਲੱਖ ਤੋਂ ਵੱਧ ਕਿਸਾਨ ਪਹੁੰਚੇ ਆ। ਬਿਲਕੁਲ, ਹੁਣ ਚਾਹੇ ਲੱਖੇ ਕਈ ਜਾਣ ਕੇ 5000 ਕੀ ਲੋਕ ਸੀ, 2000 ਹੀ ਲੋਕ ਸੀ, ਪਰ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨੇ। ਸ਼ੁਕਰਗੁਜ਼ਾਰ ਆ ਇੰਟਰਨੈਟ ਦੀ ਟਾਣਾ ਸਾਹਿਬ ਕਿ ਇਹ ਸਾਰਾ ਕੁਝ ਲੋਕਾਂ ਸਾਹਮਣੇ ਨਾਲੋਂ ਨਾਲ ਆਉਂਦਾ ਰਿਹਾ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਹੜੀਆਂ ਚੀਜ਼ਾਂ ਕਿਵੇਂ ਬਦਲ ਜਾਂਦੀਆਂ ਨੇ, ਹਨਾ। ਸੋ ਗੱਲ ਇਹ ਹੈ ਕਿ ਜਿਵੇਂ ਲੋਕ ਉੱਥੇ ਪਹੁੰਚੇ, ਔਰ ਤੁਹਾਨੂੰ ਪਤਾ ਹੈ ਕਿ ਜਾਮ ਲੱਗ ਗਿਆ ਸੀ, 20-21 ਕਿਲੋਮੀਟਰ ਪਿੱਛੇ ਤੱਕ ਜਾਮ ਲੱਗ ਗਿਆ ਸੀ। ਇੱਕ ਹੋਰ ਵੀ ਗੱਲ ਹੈ, ਜਦੋਂ ਰਾਜਨੀਤਿਕ ਲੋਕ ਰੈਲੀਆਂ ਕਰਦੇ ਆ ਨਾ, ਉਦੋਂ ਬੱਸਾਂ ਭਰ ਕੇ ਆਪਦੇ ਪੱਲਿਓਂ ਲਿਜਾਂਦੇ ਆ, ਡਿਊਟੀਆਂ ਲੱਗੀਆਂ ਹੁੰਦੀਆਂ ਵੀ ਭਾਈ ਇਸ ਪਿੰਡ ਦੇ ਵਿੱਚੋਂ ਇੰਨੇ ਬੰਦੇ ਚੱਕ ਕੇ ਲਿਆਉਣੇ ਆ, ਉਹਨਾਂ ਨੂੰ 2-3 ਵੇਲੇ ਦੀ ਰੋਟੀ, ਆਥਣ ਵੇਲੇ ਕਈ ਚੀਜ਼ਾਂ ਹੋਰ ਮਿਲਦੀਆਂ, ਘਰੋਂ ਲੈ ਕੇ ਜਾਣਾ, ਘਰੇ ਛੱਡ ਕੇ ਜਾਣਾ ਬੰਦਾ। ਪਰ ਇੱਥੇ ਕੋਈ ਸਕੂਟਰ ਤੇ, ਕੋਈ ਰੇੜੇ ਤੇ, ਕੋਈ ਟਰੈਕਟਰ ਤੇ, ਕੋਈ ਤੁਰ ਕੇ, ਕੋਈ ਸਾਈਕਲ ਤੇ, ਕੋਈ ਬੱਸ ਤੇ, ਕੋਈ ਜੀਪ ਤੇ, ਕੋਈ ਕਿਵੇਂ ਆਪਦੇ ਕੋਲੋਂ ਪੈਸੇ ਖਰਚ ਕੇ ਗਿਆ। ਤੇ ਇਹ ਲੋਕ ਗੈਰਤਮੰਦ ਆ। ਇਹਨਾਂ ਲੋਕਾਂ ਨੂੰ ਤੁਸੀਂ ਜੇਕਰ ਚੜਾਓਗੇ ਨਾ ਤਾਂ ਇਹਦਾ ਮਤਲਬ ਇਹ ਆ ਵੀ ਤੁਹਾਡੀਆਂ ਨਾਸਾਂ ਦੇ ਵਿੱਚੋਂ ਧੂਆਂ ਨਿਕਲੇ ਹੀ ਲਓ। ਬਿਲਕੁਲ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਭੈਣਾਂ ਵੀ ਇੱਥੇ ਪਹੁੰਚੀਆਂ, ਔਰ ਜਿਹੜਾ ਮੈਂ ਦੱਸ ਰਹੀ ਸੀ ਕਿ ਜਾਮ 20 ਕਿਲੋਮੀਟਰ ਤੱਕ ਲੱਗਿਆ ਹੋਇਆ ਸੀ। ਲੋਕ ਮਹਾਪੰਚਾਇਤ ਦੇ ਸ਼ੁਰੂ ਹੋਣ ਤੋਂ ਕਿੰਨੇ ਘੰਟੇ ਬਾਅਦ ਤੱਕ ਵੀ ਤੁਰ ਕੇ ਉੱਥੋਂ ਤੱਕ ਪਹੁੰਚਦੇ ਰਹੇ ਕਿ ਨਹੀਂ ਅਸੀਂ ਉੱਥੇ ਹਿੱਸਾ ਲੈਣਾ ਹੈ। ਔਰ ਇੱਕ ਦਿਨ ਪਹਿਲਾਂ ਤੱਕ ਵੀ ਰਾਤ ਨੂੰ ਸਾਰਾ ਪੰਡਾਲ ਉਹ ਭਰ ਗਿਆ ਸੀ। ਲੋਕ ਪੂਰੇ ਭਾਰਤ ਦੇ ਵਿੱਚੋਂ ਬਹੁਤ ਦੂਰੋਂ ਉੱਥੇ ਆਏ ਤੇ ਆ ਕੇ ਇੱਕ ਰਾਤ ਪਹਿਲਾਂ ਹੀ ਰੁਕ ਗਏ ਸੀ। ਬਿਲਕੁਲ ਜੀ, ਇਹ ਕਮਾਲ ਦਾ ਇਕੱਠ ਹੋਇਆ। ਤੇ ਹੁਣ ਇਕੱਠ ਆ ਜਿਹੜਾ ਉਹ 7 ਤਰੀਕ ਨੂੰ ਫੇਰ ਹੋਣਾ ਕਰਨਾਲ ਦੇ ਵਿੱਚ। ਉਸ ਤੋਂ ਬਾਅਦ ਅਗਲੇ ਇਕੱਠਾਂ ਦਾ ਵੇਰਵਾ ਵੀ ਦਿੱਤਾ ਗਿਆ। 27 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਇਹਨਾਂ ਗੱਲਾਂ ਦੇ ਉੱਤੇ ਕਲਪੇ ਹੋਏ ਕਈ ਨੇਤਾ ਤਾਂ ਹਾਲੇ ਵੀ ਇਹ ਗੱਲ ਕਹਿੰਦੇ ਆ ਕੋਈ ਫਰਕ ਨਹੀਂ ਪੈਂਦਾ, ਇਹ ਕਿਹੜੇ ਕਿਸਾਨ ਆ, ਇਹ ਤਾਂ ਵਿਹਲੜ ਲੋਕ ਆ। ਬੀਜੇਪੀ ਦਾ ਇੱਕ ਨੇਤਾ ਪਤਾ ਕੀ ਕਹਿੰਦਾ ਅੱਜ, ਕਹਿੰਦਾ ਇਹ ਕੋਈ ਕਿਸਾਨ ਮਹਾਪੰਚਾਇਤ ਥੋੜੀ ਸੀ, ਇਹ ਤਾਂ ਇੱਕ ਚੋਣ ਮੀਟਿੰਗ ਸੀ। ਅੱਛਾ ਜੀ, ਇਹ ਚੋਣਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਕਿਸਾਨਾਂ ਦੇ ਮੋਢੇ ਨੂੰ ਵਰਤਣ ਵਾਸਤੇ ਇੱਕ ਮੀਟਿੰਗ ਰੱਖੀ ਗਈ ਸੀ। ਸੋ ਉਹਨਾਂ ਨੂੰ ਭਾਈ ਉਹਨਾਂ ਦੀ ਸੋਚ ਮੁਬਾਰਕ ਆ, ਪਰ ਕਿਸਾਨਾਂ ਨੇ ਇੱਕ ਵਾਰ ਐਸੀ
ਕਮਾਲ ਕੀਤੀ ਹੈ ਵੀ ਲੰਮਾ ਸਮਾਂ ਚੇਤੇ ਜ਼ਰੂਰ ਰੱਖੋਗੇ ਵੀ ਮੁਜ਼ੱਫਰਨਗਰ ਦੇ ਵਿੱਚ ਇੰਨਾ ਇਕੱਠ ਵੀ ਹੋ ਸਕਦਾ। ਜੇਕਰ ਇਹ ਚੋਣ ਮੀਟਿੰਗ ਸੀ, ਜੇ ਤੁਹਾਡੇ ਕਹੇ ਮੁਤਾਬਕ ਹੀ ਅਸੀਂ ਮੰਨ ਲਈਏ ਤੇ ਤਾਂ ਵੀ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਇਸ ਮੀਟਿੰਗ ਦੇ ਵਿੱਚ ਹੀ ਲੱਖਾਂ ਲੋਕ ਪਹੁੰਚ ਗਏ। ਜੇ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਦੇ ਕਰਕੇ ਸਾਰਾ ਕੁਝ ਹੋਇਆ ਤਾਂ ਅੱਜ ਹੀ ਚੋਣਾਂ ਕਰਾ ਲਓ ਨਾ, ਤੁਹਾਨੂੰ ਲੱਗ ਜਾਊਗਾ ਪਤਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿ ਕਿੰਨੇ ਕੁ ਲੋਕ ਤੁਹਾਡੇ ਹੱਕ ਦੇ ਵਿੱਚ ਨੇ, ਕਿੰਨੇ ਖਿਲਾਫ ਨੇ। ਕਿਉਂਕਿ ਇਸ ਮਹਾ ਪੰਚਾਇਤ ਦੇ ਵਿੱਚ ਇਕੱਲੇ ਕਿਸਾਨ ਜਾਂ ਮਜ਼ਦੂਰ ਹੀ ਨਹੀਂ ਪਹੁੰਚੇ ਸੀ, ਇਸ ਸਿਸਟਮ ਤੋਂ, ਇਹਨਾਂ ਸਰਕਾਰਾਂ ਤੋਂ ਤਪੇ ਹੋਏ, ਤੰਗ ਹੋਏ ਲੋਕ ਵੀ ਬਹੁਤ ਵੱਡੀ ਗਿਣਤੀ 'ਚ ਪਹੁੰਚੇ, ਜਿਨ੍ਹਾਂ ਨੂੰ ਕਿਸਾਨਾਂ ਦੇ ਵਿੱਚੋਂ ਕਹਿ ਲਓ ਵੀ ਇੱਕ ਹੌਸਲਾ ਮਿਲ ਰਿਹਾ ਸੀ, ਜਿਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ, ਗੱਲ ਰੱਖਣ ਦਾ ਇੱਕ ਮੌਕਾ ਮਿਲਿਆ। ਸੋ ਕੱਲਾ ਇਹ ਨਾ ਸੋਚਣ ਵੀ ਉਹ ਕੱਲੇ ਕਿਸਾਨ ਸੀ, ਸਾਰੀ ਜਨਤਾ ਸੀ ਭਾਰਤ। ਜਿਵੇਂ ਨਾ 26 ਜਨਵਰੀ ਦੇ ਮੌਕੇ ਕਿਸਾਨਾਂ ਦੇ ਉੱਤੇ ਫੁੱਲ ਸੁੱਟੇ ਜਾ ਰਹੇ ਸੀ, ਜਿੱਥੋਂ ਦੀ ਲੰਘਦੇ ਸੀ, ਮਹਾ ਪੰਚਾਇਤ ਦੇ ਵਿੱਚ ਜਾਣ ਵਾਲੇ ਕਿਸਾਨਾਂ ਦੇ ਉੱਤੇ ਇਵੇਂ ਫੁੱਲ ਸੁੱਟੇ ਜਾ ਰਹੇ ਸੀ। ਇਹ ਤਾਂ ਕਹਿੰਦੇ ਵੀ ਭਾਈ ਇਹ ਕਿਸਾਨ ਗੁੰਮਰਾਹ ਹੋ ਗਏ, ਪਰ ਇਹਦਾ ਮਤਲਬ ਇਹ ਫੁੱਲ ਸੁੱਟਣ ਵਾਲੇ ਵੀ ਗੁੰਮਰਾਹ ਹੋ ਗਏ, ਜਿਨ੍ਹਾਂ ਦੇ ਉੱਤੇ ਸੁੱਟੇ ਜਾ ਰਹੇ ਉਹ ਵੀ ਗੁੰਮਰਾਹ ਹੋ ਗਏ, ਤੇ ਫੁੱਲ ਸਿਰਫ ਇੱਕ ਹੀ ਚੰਗਾ ਜਿਹੜਾ ਤੁਹਾਡੀਆਂ ਚੋਣਾਂ ਵਾਲਾ। ਬਿਲਕੁਲ ਸਹੀ। ਟਾਣਾ ਸਾਹਿਬ, ਆਪਾਂ ਜਾਣਦੇ ਹਾਂ ਕਿ ਜਿੱਥੇ ਇਕੱਠ ਹੁੰਦਾ ਉਸ ਇਕੱਠ ਨੂੰ ਤੋੜਨ ਦੇ ਲਈ ਜਾਂ ਬਦਨਾਮ ਕਰਨ ਦੇ ਲਈ ਕੁਝ ਕੁ ਗਲਤ ਅਨਸਰ ਵੀ ਉੱਥੇ ਵੜ ਜਾਂਦੇ ਹੁੰਦੇ ਆ, ਔਰ ਖਬਰਾਂ ਆ ਰਹੀਆਂ ਨੇ ਕਿ ਇਸ ਇਕੱਠ ਦੇ ਵਿੱਚ ਵੀ ਕੋਈ 100-150 ਦੇ ਨੇੜੇ ਤੇੜੇ ਇਹੋ ਜਿਹਾ ਅਨਸਰ ਵੜਿਆ ਸੀ। ਦੇਖੋ, ਘੱਟ ਵੀ ਹੋ ਸਕਦੇ ਆ, ਇਸ ਤੋਂ ਕਈ ਗੁਣਾ ਵੱਧ ਵੀ ਹੋ ਸਕਦੇ ਆ, ਪਰ ਇੱਥੇ ਕਿਸਾਨ ਜਥੇਬੰਦੀਆਂ ਦੀ ਪੂਰੀ ਮੁਸਤੈਦੀ ਦੇ ਕਰਕੇ, ਉਹਨਾਂ ਦੇ ਵੱਲੋਂ ਪੂਰਾ ਪਹਿਰਾ ਲਾਇਆ ਹੋਣ ਕਰਕੇ, ਪੂਰੀ ਬੰਦੇ ਇੱਕ ਬੰਦੇ ਦੇ ਉੱਤੇ ਅੱਖ ਤਿੱਖੀ ਰੱਖਣ ਦੇ ਕਰਕੇ ਇੱਥੇ ਵੱਡੀ ਘਟਨਾ ਹੋਣੋਂ ਬਚ ਗਈ। ਨਹੀਂ ਤਾਂ ਮੈਨੂੰ ਇਉਂ ਲੱਗਦਾ ਸੀ ਵੀ ਜਦੋਂ ਇੰਨਾ ਵੱਡਾ ਇਕੱਠ ਹੋ ਗਿਆ ਨਾ, ਜਿਵੇਂ 26 ਜਨਵਰੀ ਦੇ ਇਕੱਠ ਦੇ ਵਿੱਚ ਕਿਸਾਨਾਂ ਦੇ ਵਿੱਚ ਆਪਦੇ ਬੰਦੇ ਵਾੜ ਕੇ ਤੇ ਬਦਨਾਮ ਕੀਤਾ ਸੀਗਾ ਅੰਦੋਲਨ ਨੂੰ, ਇਹ ਮੁਜ਼ੱਫਰਨਗਰ ਦੇ ਵਿੱਚ ਵੀ ਇਵੇਂ ਹੋਣਾ ਸੀਗਾ। ਉੱਥੇ ਮੰਚ ਤੇ ਸੱਦਾ ਦਿੱਤਾ ਗਿਆ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੂੰ ਵੀ ਹੁਣ ਇਹ ਬੋਲਣਗੇ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਹੀ ਕੀਤਾ ਹਾਲੇ, ਤੇ ਨਾਲ ਦੀ ਨਾਲ ਜਿਹੜੇ ਸਭ ਤੋਂ ਮੂਹਰੇ ਬੈਠੇ ਆ 100-150 ਜਣੇ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਜਿਹਨੂੰ ਹੂਟਿੰਗ ਕਹਿੰਦੇ ਆ। ਤੇ ਉਸ ਤੋਂ ਬਾਅਦ ਰਾਜੇਵਾਲ ਨੇ ਗੱਲ ਕਹੀ ਆ ਵੀ ਭਾਈ ਟਕੈਤ ਸਾਹਿਬ, ਤੁਸੀਂ ਇਹ ਦੱਸੋ ਵੀ ਇਹ ਪ੍ਰਬੰਧ ਆ। ਫਿਰ ਟਕੈਤ ਹੋਰਾਂ ਨੇ ਮੰਚ ਸੰਭਾਲਿਆ, ਫਿਰ ਉਹਨਾਂ ਨੇ ਮਾਈਕ ਤੋਂ ਉਹਨਾਂ ਦੀ ਚੰਗੀ ਝਾੜ ਝੰਮ ਕੀਤੀ, ਇਹ ਗੱਲ ਕਹੀ ਆ ਵੀ ਤੁਸੀਂ ਹੈ ਕਿਹਦੇ ਬੰਦੇ ਭੇਜੇ ਹੋਏ, ਪਹਿਲਾਂ ਇਹਨਾਂ ਦੀ ਤਲਾਸ਼ੀ ਲਓ ਵੀ ਇਹ ਹੈਗੇ ਕੌਣ ਆ, ਇਹਨਾਂ ਦੀ ਜੇਬਾਂ ਦੇ ਵਿੱਚੋਂ ਕੀ ਨਿਕਲਦਾ, ਇਹਨਾਂ ਦਾ ਪਿਛੋਕੜ ਕੀ ਆ, ਇਹ ਕਿਹੜੀ ਵਿਚਾਰਧਾਰਾ ਦੇ ਲੋਕ ਆ, ਇਹ ਭੇਜੇ ਗਏ ਆ ਜਾਂ ਆਪ ਹੀ ਆਏ ਆ। ਜਿਹੜੇ ਬੰਦੇ ਪੂਰੇ ਦੇਸ਼ ਦੇ ਵਿੱਚੋਂ ਆਏ ਹੋਏ ਸਾਡੇ ਸੀਨੀਅਰ ਕਿਸਾਨ ਆਗੂਆਂ ਦਾ ਖਿਆਲ ਨਹੀਂ ਕਰਦੇ, ਸੁਣ ਕੇ ਨਹੀਂ ਰਾਜ਼ੀ, ਇਹਨਾਂ ਨੂੰ ਚੱਕ ਕੇ ਬਾਹਰ ਕੱਢ ਦਿਓ। ਸੋ ਉਹਨਾਂ ਨੂੰ ਬਾਹਰ ਕੱਢਤਾ ਤੇ ਫਿਰ ਕੋਈ ਕੁਛ ਕਿਹਾ ਵੀ ਨਹੀਂਗਾ। ਮਤਲਬ ਸ਼ਰਾਰਤੀ ਅਨਸਰ ਇਸ ਮਹਾ ਪੰਚਾਇਤ ਦੇ ਵਿੱਚ ਵੀ ਬੜੇ ਸੀ, ਪਰ ਵੇਲੇ ਸਿਰ ਉਹਨਾਂ ਦੀ ਪਰਖ ਹੋ ਗਈ ਜੀ। ਉਹਨਾਂ ਵਲੰਟੀਅਰਸ ਦੀ ਮਿਹਨਤ ਦਾ ਸਦਕਾ ਆਪਾਂ ਕਹਿ ਸਕਦੇ ਹਾਂ, ਜਿਹੜੇ ਵਲੰਟੀਅਰਸ ਉੱਥੇ ਪੂਰੀ ਮੁਸਤੈਦੀ ਦੇ ਨਾਲ ਖੜੇ ਹੋਏ ਸੀ, ਜਿਨ੍ਹਾਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਟਾਣਾ ਸਾਹਿਬ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ, ਪਰ ਚਲੋ ਜੋ ਵੀ ਹੈ ਇੱਕ ਤਰੀਕੇ ਨਾਲ ਸ਼ੀਸ਼ਾ ਜ਼ਰੂਰ ਦਿਖਾ ਦਿੱਤਾ। ਤੇ ਗੋਦੀ ਮੀਡੀਆ ਦਾ ਕੈਮਰਾ ਉਸ 100-150 ਬੰਦੇ ਦੇ ਉੱਤੇ ਹੀ ਹੋਣਾ ਸੀਗਾ, ਬਾਕੀ ਸਾਰਾ ਪੰਡਾਲ ਖਾਲੀ ਸੀ ਉਹਨਾਂ ਦੀ ਨਜ਼ਰ ਦੇ ਵਿੱਚ। ਉਹਨਾਂ ਨੇ ਕਹਿਣਾ ਸੀ, ਦੇਖੀਏ यहाँ तो ऐसी बात हो गई, ये तो बलवीर सिंह राजेवाल के खिलाफ ऐसे नारे लगे, इन्होंने तो ये बोल दिया। उन्होंने पता नहीं अगों की कड़ी घोलनी सी, ਇਹ ਤਾਂ ਵੇਲੇ ਸਿਰ ਪਤਾ ਲੱਗ ਗਿਆ ਤੇ ਬੜੀ ਚੰਗੀ ਗੱਲ ਹੋਈ ਹੈ। ਤੇ ਮੈਨੂੰ ਲੱਗਦਾ ਟਾਣਾ ਸਾਹਿਬ, ਉਹਨਾਂ ਲੋਕਾਂ ਨੂੰ ਵੀ ਇੱਕ ਬਹੁਤ ਕਰਾਰਾ ਜਵਾਬ ਮਿਲਿਆ ਇਸ ਇਕੱਠ ਨੂੰ ਕਹਿ ਲਓ ਵੇਖ ਕੇ, ਜਾਂ ਇਸ ਇਕੱਠ ਤੋਂ ਬਾਅਦ। ਜਿਹੜੇ ਲੋਕ ਕਹਿੰਦੇ ਸੀ ਵੀ ਇਹ ਤਾਂ ਖਤਮ ਹੋ ਗਿਆ, ਇਹਨਾਂ ਦਾ ਤਾਂ ਕੱਖ ਨਹੀਂ ਹੋਣਾ, ਇਹ ਤਾਂ ਐਵੇਂ ਬੈਠੇ ਨੇ, ਇਹ ਤਾਂ ਬਸ ਕੁਝ ਕੁ ਲੋਕ ਹੀ ਨੇ, ਸਾਰੇ ਲੋਕ ਤਾਂ ਬਾਕੀ ਵਾਪਸ ਆ ਗਏ ਨੇ। ਸ਼ਾਇਦ ਇਹ ਇਕੱਠ ਵੇਖ ਕੇ ਉਹਨਾਂ ਨੂੰ ਵੀ ਚਾਨਣਾ ਹੋ ਗਿਆ ਕਿ ਨਹੀਂ, ਅੱਜ ਵੀ ਜੇ ਕਿਸਾਨ ਕਹਿ ਦੇਣ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ ਉਹਨਾਂ ਦੇ ਲਈ। ਇੱਕ ਵੱਡਾ ਨੇਤਾ ਪਿਛਲੇ ਦਿਨੀ ਕਹਿੰਦਾ ਵੀ 9 ਮਹੀਨੇ ਹੋ ਗਏ, ਹੁਣ ਬਾਰਡਰਾਂ ਤੇ ਰੌਣਕ ਹੈ ਨਹੀਂ, ਹੁਣ ਤਾਂ ਗਿਣਵੇਂ ਚੁਣਵੇਂ ਲੋਕ ਹੀ ਆ ਬਾਰਡਰਾਂ ਦੇ ਉੱਤੇ। ਤੇ ਮੈਂ ਉਹਨੂੰ ਅੱਗੋਂ ਸਵਾਲ ਕੀਤਾ ਵੀ ਜਦੋਂ ਤੁਸੀਂ ਜਿੱਤ ਜਾਂਦੇ ਆ, ਤੁਸੀਂ ਤਾਂ ਲੋਕਾਂ ਦੇ ਲਈ ਜਵਾਬਦੇਹ ਆ ਨਾ, ਤੁਸੀਂ ਤਾਂ ਤਨਖਾਹਾਂ ਪੱਤੇ ਲੈਣੇ, ਤਨਖਾਹਾਂ ਮਿਲਦੀਆਂ ਤੁਹਾਨੂੰ ਇਸੇ ਕੰਮ ਦੀਆਂ ਵੀ ਲੋਕਾਂ ਦੇ ਵਿੱਚ ਵਿਚਰੋ ਤੇ ਲੋਕਾਂ ਦੇ ਮਸਲੇ ਹੱਲ ਕਰੋ। ਤੁਸੀਂ ਸਾਰਾ ਕੁਝ ਲੈਣ ਦੇ ਬਾਵਜੂਦ, ਵੋਟਾਂ ਦੇ ਵਿੱਚ ਜਿੱਤਣ ਦੇ ਬਾਵਜੂਦ, ਝੂਠੇ ਵਾਅਦੇ ਕਰਨ ਦੇ ਬਾਵਜੂਦ ਕਦੇ 9 ਮਹੀਨੇ ਲੋਕਾਂ ਨੂੰ ਨਿਗਾਹ ਪਏ ਆ ਪੂਰੇ 5 ਸਾਲਾਂ ਦੇ ਵਿੱਚੋਂ? ਉਹ ਤਾਂ ਉੱਥੇ ਹੀ ਬੈਠੇ ਆ, ਉਹ ਜਾ ਕੇ ਜਦੋਂ ਮਰਜ਼ੀ ਵੇਖ ਲਓ, ਉਹਨਾਂ ਨੂੰ ਕੋਈ ਤਨਖਾਹ ਤਾਂ ਨਹੀਂ ਮਿਲਣੀ, ਭੁੰਜੇ ਸੌਂਦੇ ਆ, ਤੁਸੀਂ ਗੱਦਿਆਂ ਤੇ ਸੌਂਦੇ ਆ, ਤੁਸੀਂ ਏਸੀ 'ਚ ਰਹਿੰਦੇ ਆ, ਉਹ ਵਿਚਾਰੇ ਪੰਡਾਲ ਦੇ ਵਿੱਚ ਰਹਿੰਦੇ ਆ। ਇਸ ਕਰਕੇ ਉਹਨਾਂ ਦੀ ਕਦਰ ਕਰੋ। ਤੁਹਾਨੂੰ ਇੰਨੀਆਂ ਸਹੂਲਤਾਂ ਦਿੰਦੇ, ਜਾਓ ਕਿਤੇ 9 ਮਹੀਨੇ ਬੈਠ ਕੇ ਦਿਖਾਓ ਦੇਸ਼ ਦੀ ਖਾਤਰ, ਫਿਰ ਮੰਨੀਏ। ਟਾਣਾ ਸਾਹਿਬ, ਨੇਤਾਵਾਂ ਨੂੰ ਤਾਂ ਕੀ ਕਹੀਏ, ਜੋ ਮੂੰਹ ਚ ਆਉਂਦਾ ਹੈ, ਜਿਹਦੇ ਵੀ ਜੋ ਮੂੰਹ ਚ ਆਉਂਦਾ ਉਹ ਬੋਲੀ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਮੌਕੇ ਦੇ ਉੱਪਰ ਤਾਂ ਜਦੋਂ ਤੁਸੀਂ ਇੱਕ ਨੇਤਾ ਬਣ ਜਾਂਦੇ ਹੋ, ਇੱਕ ਲੀਡਰ ਬਣ ਜਾਂਦੇ ਹੋ, ਤਾਂ ਲੀਡਰ ਦਾ ਮਤਲਬ ਹੈ ਲੀਡ ਕਰਨ ਵਾਲਾ, ਜਿਹੜਾ ਮੋਹਰੇ ਹੋ ਕੇ ਸਾਰਿਆਂ ਨੂੰ ਸਹੀ ਰਾਹ ਦਿਖਾਉਂਦਾ ਹੈ। ਡੀਲਰ ਬਿਲਕੁਲ ਨਹੀਂ ਹੁੰਦਾ ਇਹਦਾ ਮਤਲਬ। ਬਿਲਕੁਲ ਸਹੀ ਗੱਲ ਹੈ, ਪਰ ਕੁਝ ਇੱਕ ਨੇਤਾ ਇਹੋ ਜਿਹੇ ਨੇ ਜਿਹੜੇ ਜ਼ੁਬਾਨ ਤੋਂ ਇਹੋ ਜਿਹੇ ਲਫ਼ਜ਼ ਕੱਢਦੇ ਨੇ ਜਿਹੜੇ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਹਨਾਂ ਨੂੰ ਵੋਟਾਂ ਕਿਹਨੇ ਪਾਈਆਂ। ਪੀਲੀ ਭੀਤ ਤੋਂ
ਹੈਗੇ ਬੀਜੇਪੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਟਵਿੱਟਰ ਦੇ ਉੱਤੇ। ਨਾਲ ਉਹਨਾਂ ਨੇ ਮੁਜ਼ੱਫਰਨਗਰ ਦੀ ਇੱਕ ਵੀਡੀਓ ਪਾਈ ਕਿਸਾਨਾਂ ਦੀ, ਵਿੱਚ ਲਿਖਿਆ ਹੋਇਆ ਵੀ ਕਿਸਾਨ ਗੁੱਸੇ ਦੇ ਵਿੱਚ ਇੰਨਾ ਵੱਡਾ ਇਕੱਠ ਕਰ ਰਹੇ ਆ ਜਾਂ ਕਰ ਚੁੱਕੇ ਆ, ਤੇ ਇਹ ਸਾਡਾ ਹੀ ਖੂਨ ਆ, ਇਹ ਸਾਡਾ ਹੀ ਇੱਕ ਅੰਗ ਆ। ਇਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਨਾ ਚਾਹੀਦਾ। ਤੇ ਮੈਂ ਕੱਲ੍ਹ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਚੀ ਜਾਂਦਾ ਵੀ ਕਿਹੜਾ ਇਹੋ ਜਿਹਾ ਮਾਜਦਾ ਲਾਲ ਉੱਠੂਗਾ ਬੀਜੇਪੀ ਦਾ ਨੇਤਾ ਜਿਹੜਾ ਕਹੂਗਾ ਵੀ ਇਹਨੂੰ ਤਾਂ ਪਾਕਿਸਤਾਨ ਨੇ ਪੈਸੇ ਭੇਜੇ ਆ, ਵਿਦੇਸ਼ੀ ਵਿਰੋਧੀ ਤਾਕਤਾਂ ਇਹ ਦਾ ਤਾਂ ਜੀ ਬਾਹਰਲੀਆਂ ਤਾਕਤਾਂ ਦੇ ਵਿੱਚ ਹਿੱਸੇਦਾਰ ਬਣ ਗਿਆ। ਇਹ ਤਾਂ ਜੀ ਵਰੁਣ ਗਾਂਧੀ ਹੈ ਨਾ ਜਿਹੜਾ ਇਹ ਮਾਓਵਾਦੀਆਂ ਦੇ ਨਾਲ ਅੰਦਰ ਖਾਤੇ ਮਿਲ ਗਿਆ। ਵਿਦੇਸ਼ੀ ਫੰਡਿੰਗ ਜੇ ਕਿਸੇ ਹੋਰ ਨੇ ਕਿਹਾ ਹੋਵੇ ਤੁਸੀਂ ਸਮਾਨ ਸਿਰ ਤੇ ਚੱਕ ਲੈਣਾ ਸੀ, ਗੋਦੀ ਮੀਡੀਆ ਨੇ ਵੀ ਚੱਕ ਲੈਣਾ ਸੀ, ਹੁਣ ਕਿਉਂ ਨਹੀਂ ਬੋਲਦੇ ਜੀ? ਹੁਣ ਆਪਦਾ ਬੰਦਾ ਕਹਿ ਰਿਹਾ ਤਾਂ ਹੁਣ ਕਿਉਂ ਨਹੀਂ ਬੋਲਦੇ ਕਿ ਵਾਕਈ ਇਹਦੀ ਗੱਲ ਤਾਂ ਮੰਨਣੀ ਚਾਹੀਦੀ, ਸਾਡਾ ਆਪਣਾ ਹੈ। ਹੁਣ ਨਹੀਂ ਕਹਿੰਦੇ ਕਿ ਇਹਨੂੰ ਵਿਦੇਸ਼ੀ ਫੰਡਿੰਗ ਹੋਈ ਆ ਤਾਂ ਇਹ ਕਿਸਾਨਾਂ ਦੇ ਹੱਕ 'ਚ ਭੁਗਤ ਰਿਹਾ ਹੈ। ਸੋ ਮੈਨੂੰ ਲੱਗਦਾ ਹੈ ਸਰਕਾਰ ਨੂੰ ਇਹ ਡੈਡਲੌਕ ਖਤਮ ਕਰਨਾ ਚਾਹੀਦਾ ਹੈ, ਹਾਲੇ ਵੀ ਸੋਚਣਾ ਚਾਹੀਦਾ ਹੈ ਜਿਹੜੀ ਇਹ ਖਤਮ ਹੋਣੀ ਚਾਹੀਦੀ ਜੀ, ਤੇ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣਾ ਚਾਹੀਦਾ। ਮਸਲੇ ਗੱਲਬਾਤ ਦੇ ਨਾਲ ਹੀ ਹੱਲ ਹੋਣਗੇ। ਬਿਲਕੁਲ ਸਹੀ। ਭਾਰਤ ਦੇ ਵਿੱਚ ਖੋਜਾਂ ਹੁੰਦੀਆਂ ਰਹੀਆਂ, ਭਾਰਤ ਦੇ ਵਿੱਚ ਖੋਜਾਂ ਹੁੰਦੀਆਂ ਰਹਿਣੀਆਂ। ਪ੍ਰਾਪਤੀਆਂ ਨੂੰ ਕਦੇ ਅਸੀਂ ਝੁਠਲਾ ਕੇ ਨਹੀਂ ਦੇਖ ਸਕਦੇ, ਸੱਚ ਨੂੰ ਕਬੂਲ ਕਰਨਾ ਪੈਣਾ। ਸਾਡਾ ਬਹੁਤ ਵੱਡਾ ਯੋਗਦਾਨ ਆ ਭਾਰਤ ਦਾ ਖੋਜਾਂ ਦੇ ਖੇਤਰ ਦੇ ਵਿੱਚ। ਪਿਛਲੇ ਕੁਝ ਕੁ ਵਰ੍ਹਿਆਂ ਦੇ ਵਿੱਚ ਜੋ ਭਾਰਤ ਨੇ ਖੋਜਾਂ ਕੀਤੀਆਂ ਉਹਦੇ ਕਰਕੇ ਬਾਹਰਲੇ ਮੁਲਕਾਂ ਦੇ ਵਿਗਿਆਨੀ ਵੀ ਹੈਰਾਨ ਆ ਵੀ ਹੈ ਐਦਾਂ ਵੀ ਹੋ ਜਾਂਦਾ, ਐਦਾਂ ਹੋ ਰਿਹਾ, ਭਾਰਤ ਲਗਾਤਾਰ ਅੱਗੇ ਕਿਵੇਂ ਵਧ ਰਿਹਾ ਜੀ। ਪਰ ਜਿਹੜੇ ਅਸਲ ਦੇ ਵਿੱਚ ਖੋਜੀ ਲੋਕ ਨੇ, ਵਿਗਿਆਨੀ ਲੋਕ ਨੇ, ਪੜ੍ਹ ਲਿਖ ਕੇ ਇੱਥੇ ਪਹੁੰਚੇ ਨੇ, ਉਹ ਤਾਂ ਵਾਕਈ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਜਿਹੜੇ ਆਪੇ ਹੀ ਬਣੇ ਖੋਜੀ ਨੇ, ਯਾਨੀ ਉਹ ਦੋ ਕੰਮ ਇਕੱਠੇ ਕਰਦੇ ਆ। ਅੱਛਾ ਜੀ। ਚੁਣਿਆ ਹੁੰਦਾ ਉਹਨਾਂ ਨੂੰ ਹਲਕੇ ਵਾਸਤੇ, ਆਪਦੇ ਸੂਬੇ ਵਾਸਤੇ, ਦੇਸ਼ ਵਾਸਤੇ ਵੋਟਾਂ ਪਾ ਕੇ ਉਹ ਉਧਰਲਾ ਕੰਮ ਘੱਟ ਕਰਦੇ, ਕਿਉਂਕਿ ਇਹ ਉਹ ਬੱਚੇ ਆ ਜਿਹੜੇ ਵਿਗਿਆਨ ਦੀ ਜਮਾਤ ਦੇ ਵਿੱਚ, ਸਾਇੰਸ ਦੀ ਕਲਾਸ ਦੇ ਵਿੱਚ ਕੋਈ ਗਲਤ ਕੈਮੀਕਲ ਮਿਲਾ ਬੈਂਦੇ ਸੀਗੇ, ਜਿਹੜੇ ਡੱਡੂ ਨੂੰ ਮਾਰ ਤਾਂ ਲੈਂਦੇ ਸੀ, ਬਾਅਦ 'ਚ ਇਹ ਨਹੀਂ ਪਤਾ ਲੱਗਦਾ ਇਹਦਾ ਆਪਰੇਸ਼ਨ ਕਿਵੇਂ ਕਰਨਾ, ਇਹਨੂੰ ਸੀਣਾ ਕਿਵੇਂ, ਇਹਨੂੰ ਸਿਉਣਾ ਕਿਵੇਂ ਆ। ਇਹ ਪਾੜ ਤਾਂ ਲੈਂਦੇ ਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸਿਉਣਾ ਨਹੀਂ ਆਉਂਦਾਗਾ। ਬਿਲਕੁਲ ਸਹੀ। ਹੁਣ ਨਾ ਇੱਕ ਕਰਨਾਟਕ ਤੋਂ ਬੀਜੇਪੀ ਦਾ ਵਿਧਾਇਕ ਆ, ਹੁਣ ਨਾ ਕਰਨਾਟਕ ਤੋਂ ਬੀਜੇਪੀ ਦਾ ਇੱਕ ਵਿਧਾਇਕ, ਉਹਦਾ ਨਾਂ ਹੈਗਾ ਅਰਵਿੰਦ ਬੇਲਾਡ। ਉਹਨੇ ਨਵੀਂ ਖੋਜ ਕੱਢੀ ਆ। ਇਸ ਖੋਜ ਤੋਂ ਬਾਅਦ ਤਾਂ ਗੱਲਾਂ ਹੀ ਖਤਮ ਹੋ ਜਾਂਦੀਆਂ। ਅੱਛਾ। ਕਹਿੰਦਾ ਵੀ ਜੋ ਇਸ ਵਕਤ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਨਾ, ਇਹ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਕਰਕੇ ਵਧੀਆਂ। ਇਹ ਉਦੋਂ ਦੇ ਵਧਣੀਆਂ ਸ਼ੁਰੂ ਹੋਈਆਂ ਜਦੋਂ ਤੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋਇਆ। ਤੇਲ ਦੀ ਕੀਮਤ ਜਿਹੜੀ ਉਹ ਵਧਣੀ ਸੀ ਜਦੋਂ ਇਹਦੀ ਸਪਲਾਈ ਘਟ ਗਈ, ਇਸ ਕਰਕੇ ਮਜਬੂਰੀ ਆ। ਤੇ ਮੈਂ ਉਦੋਂ ਤੋਂ ਸੋਚੀ ਜਾਂਦਾ ਵੀ ਯਾਰ ਅਫਗਾਨਿਸਤਾਨ ਤੇ ਕਬਜ਼ਾ ਤਾਲਿਬਾਨ ਦਾ ਮਹੀਨਾ ਕੁ ਪਹਿਲਾਂ ਹੋਇਆ, ਜਾਂ ਇਹਨੂੰ ਸਾਲ ਹੋ ਗਿਆ, ਜਾਂ 2 ਸਾਲ ਹੋ ਗਏ, ਜਾਂ ਕਿਹੜੇ ਵੇਲੇ ਤੋਂ ਹੋਇਆ? ਇਹਨਾਂ ਨੂੰ ਹੀ ਪੁੱਛਿਓ, ਜਿਹੜੇ ਬਿਆਨ ਦੇ ਰਹੇ ਨੇ ਨਾ, ਇਹਨਾਂ ਨੂੰ ਹੀ ਪੁੱਛਣਾ ਬਣਦਾ ਵੀ ਇਹ ਕਦੋਂ ਤੋਂ ਹੋਇਆ। ਕੱਲ ਨੂੰ ਕਹਿ ਦੇਣਗੇ ਵੀ ਨਾਸਿਕ ਦੇ ਵਿੱਚ ਸਮੱਸਿਆ ਸੀ ਤਾਂ ਗੰਢਿਆਂ ਦਾ ਰੇਟ ਜਿਹੜਾ ਉਹ ਵੱਧ ਗਿਆ ਹੈ ਨਾ, ਕੁਝ ਵੀ ਕਹਿ ਸਕਦੇ ਨੇ, ਉਹਨਾਂ ਦਾ ਕਸੂਰ ਨਹੀਂ ਹੈ, ਉਹ ਕਹਿ ਸਕਦੇ ਨੇ। ਆਪਾਂ ਬਹੁਤਾ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ, ਕੁਝ ਵੀ ਕਹਿ ਸਕਦੇ। ਅਸੀਂ ਗੁੱਸਾ ਕਰਕੇ ਕਰ ਵੀ ਕੀ ਲਵਾਂਗੇ ਜਦੋਂ ਦੇਸ਼ ਕਬੂਲ ਕਰ ਰਿਹਾ, ਹੱਸ ਕੇ ਹਰ ਗੱਲ ਨੂੰ ਜਰ ਰਿਹਾ। ਅਸੀਂ ਤਾਂ ਵੈਸੇ ਹੀ ਸਾਂਝੀ ਕੀਤੀ ਹੈ। ਬਿਲਕੁਲ। ਬਸ ਗੁੱਸਾ ਤਾਂ ਉਦੋਂ ਹੀ ਆਉਂਦਾ ਜਦੋਂ ਕਿਤੇ ਤੇਲ ਪਵਾਉਣ ਜਾਓ ਤੇ ਉੱਥੇ ਪੜੋ 102 ਰੁਪਏ ਕੁਛ ਪੈਸੇ ਪੈਟਰੋਲ ਦੀ ਕੀਮਤ, ਉਦੋਂ ਹੀ ਤਰਾਹ ਨਿਕਲਦਾ ਬਸ ਵੀ ਇਹ ਕੀ ਹੋ ਰਿਹਾ। ਤੇ ਸਾਹਮਣੇ ਉਸਤਾਦ ਜੀ ਦੀ ਵੱਡੀ ਸਾਰੀ ਫੋਟੋ ਲੱਗੀ ਹੁੰਦੀ ਹੈ, ਅਜੇ ਕਰਕੇ ਐ ਲੱਗਦਾ ਟੀਚਰ ਕਰ ਰਹੇ ਨੇ ਵੀ ਕਿਉਂ ਹੁਣ ਖੁਸ਼ ਹੈ। अकेले अकेले नागरिक के मुफ्त में टीकाकरण कोविड से बचाएंगे जी, इधरले पासे मरवाएंगे। हाँ बिल्कुल सही गल है। सो ये ਜਿਹੜੀ ਇਹਨਾਂ ਨੇ ਖੋਜ ਕੀਤੀ ਹੈ ਨਾ, ਇਹ ਵਾਕਈ ਕਮਾਲ ਹੈ। ਤੁਸੀਂ ਵੇਖੋ ਕਿੰਨਾ ਦਿਮਾਗ ਲਾਇਆ ਹੋਊਗਾ, ਦਿਨ ਰਾਤ ਇੱਕ ਕੀਤਾ ਹੋਊਗਾ, ਪੂਰਾ ਪੜਿਆ ਹੋਊਗਾ, ਸਾਰੇ ਪਾਸੇ ਧਿਆਨ ਦਿੱਤਾ ਹੋਊਗਾ, ਸਾਰੀਆਂ ਅਖਬਾਰਾਂ ਫਰੋਲੀਆਂ ਹੋਣਗੀਆਂ, ਉਸ ਤੋਂ ਬਾਅਦ ਕਿਸੇ ਸਿੱਟੇ ਤੇ ਪਹੁੰਚੇ ਨੇ। ਸ਼ਾਬਾਸ਼ ਹੈ। ਬਿਲਕੁਲ ਜੀ। ਦੇਸ਼ ਦੇ ਵਿੱਚ ਤਾਂ ਹੁਣ ਸਾਡੇ ਮੰਤਰੀ ਇਹ ਗੱਲ ਕਹਿੰਦੇ ਆ ਵੀ ਜੇ ਤੇਲ ਮਹਿੰਗਾ ਲੱਗਦਾ ਤੇ ਭਾਈ ਫਿਰ ਤੁਸੀਂ ਤੇਲ ਵਾਲੀਆਂ ਚੀਜ਼ਾਂ ਨਾ ਵਰਤੋ। ਅੱਛਾ। ਪਿੱਛੇ ਜੇ ਆ ਜਿਹੜੀ ਆ ਸੋਨਾਲੀ ਫੋਗਾਟ, ਉਹਨੇ ਗੱਲ ਕਹੀ, ਕਹਿੰਦੀ ਵੀ ਜੇਕਰ ਤੁਹਾਨੂੰ ਇੱਥੇ ਜ਼ਿਆਦਾ ਲੱਗਦਾ ਖਤਰਾ ਤੇ ਜਾਓ ਅਫਗਾਨਿਸਤਾਨ ਚਲੇ ਜਾਓ। ਹੁਣ ਉਹ ਜਿਹੜੇ ਆਪਣੇ ਵਿੱਤ ਮੰਤਰੀ ਆ, ਉਹ ਬੀਬੀ ਜੀ ਕਹਿੰਦੇ ਸੀਗੇ ਵੀ ਜੇਕਰ ਤੁਹਾਨੂੰ ਗੰਢੇ ਮਹਿੰਗੇ ਲੱਗਦੇ ਆ ਤੇ ਗੰਢੇ ਖਾਣੇ ਬੰਦ ਕਰ ਦਿਓ। ਮੈਂ ਤਾਂ ਕਹਿੰਦੀ ਖਾਂਦੀ ਨਹੀਂ। ਸੋ ਇਸ ਤਰੀਕੇ ਦਾ ਜੇ ਕੱਲ ਨੂੰ ਆਪਾਂ ਨੂੰ ਲੱਗੇ ਵੀ ਆਕਸੀਜਨ ਆ ਜਿਹੜੀ ਉਹ ਨਹੀਂ ਸਹੀ ਮਿਲਦੀ, ਉਹਨਾਂ ਨੇ ਕਿਹੜਾ ਸਾਹ ਲੈਣਾ ਬੰਦ ਕਰ ਦਿਓ। ਹਾਂ, ਕਿਉਂਕਿ ਪਿੱਛੇ ਜਿਹੜੀ ਕਿੱਲਤ, ਭਾਵੇਂ ਅੱਜ ਲੱਖ ਮੂੰਹ ਮੋੜੀ ਜਾਓ, ਜਿਹੜੀ ਕਿੱਲਤ ਪੈਦਾ ਹੋਈ ਸੀ ਕਰੋਨਾ ਦੇ ਦੌਰਾਨ, ਇਹਨਾਂ ਨੇ ਜੇ ਕਿਤੇ ਕਿੱਲਤ ਵੱਧ ਜਾਂਦੀ ਖੁਦਾ ਨਾ ਖਾਸਤਾ ਤੇ ਇਹਨਾਂ ਨੇ ਇਹੀ ਕਹਿਣਾ ਸੀ ਵੀ ਸਾਹ ਲੈਣਾ ਛੱਡ ਦਿਓ। ਕਿਹੜੀ ਗੱਲ ਹੈ? ਇਹ ਕੁਝ ਵੀ ਕਹਿ ਸਕਦੇ ਨੇ ਟਾਣਾ ਸਾਹਿਬ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਸਭ ਕੁਝ, ਸਾਰੇ ਕੁਦਰਤੀ ਸਰੋਤ, ਸਾਰੀਆਂ ਚੀਜ਼ਾਂ ਸਾਡੇ ਲਈ ਨੇ। ਆਪਣੇ ਪੱਲਿਓਂ, ਆਪਣੀ ਜੇਬ ਚੋਂ ਨਹੀਂ ਨਾ ਖਰਚਾ ਕਰਨਾ ਪੈਂਦਾ। ਕਿਤੇ ਪੱਲਿਓਂ, ਜੇਬ ਚੋਂ ਜਿਹੜੀ ਤਨਖਾਹ ਮਿਲੀ ਹੈ ਉਹਦੇ ਚੋਂ ਕਿਤੇ ਪੈਸੇ ਕੱਢ ਕੇ ਤੇਲ ਪਵਾਉਣਾ ਪਏ ਤਾਂ ਸ਼ਾਇਦ ਪਤਾ ਲੱਗ ਜਾਵੇ ਕਿੰਨਾ ਮਹਿੰਗਾ ਹੈ। ਲੋ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ। ਤੇ ਹੁਣ ਅੱਗੇ ਵਧੀਏ ਟਾਣਾ ਸਾਹਿਬ। ਵਧੋ ਜੀ ਵਧੋ। ਪਿਛਲੇ ਕਾਫੀ ਦਿਨਾਂ ਤੋਂ ਜੋ ਜਲਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ ਗਿਆ, ਉਹਦੇ ਬਾਰੇ ਚ ਖਬਰਾਂ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਨੇ।
ਸੱਚੀ ਕੀ ਕਹੀਏ ਟਾਣਾ ਸਾਹਿਬ, ਜਦੋਂ ਲੋਕ ਘਰਾਂ ਦੇ ਵਿੱਚ ਸੀ ਉਦੋਂ ਸ਼ਾਇਦ ਇਸ ਮੌਕੇ ਦਾ ਫਾਇਦਾ ਚੁੱਕ ਕੇ ਤੇ ਸਾਰਾ ਕੁਝ ਕਰ ਦਿੱਤਾ ਗਿਆ, ਤੇ ਹੁਣ ਜਦੋਂ ਲੋਕ ਅੱਖੀਂ ਜਾ ਕੇ ਸਾਰਾ ਕੁਝ ਵੇਖ ਰਹੇ ਨੇ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਨੂੰ ਇਤਿਹਾਸ ਦੇ ਨੇੜੇ ਕੀਤਾ ਗਿਆ ਜਾਂ ਉਸ ਤੋਂ ਹੋਰ ਦੂਰ ਕੀਤਾ ਗਿਆ। ਗੌਰ ਦੇ ਨਾਲ ਮੇਰੀ ਇਹ ਗੱਲ ਸੁਣਿਓ ਜੀ। ਜਦੋਂ ਕਰੋਨਾ ਮਹਾਮਾਰੀ ਦਾ ਡਰ ਦੇ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਰਹਿਣ ਵਾਸਤੇ ਮਜਬੂਰ ਕੀਤਾ ਗਿਆ, ਜੇ ਬਾਹਰ ਸੜਕ ਦੇ ਉੱਤੇ ਨਿਕਲੇ ਆਏ ਬਾਜ਼ਾਰ ਦੇ ਵਿੱਚ ਗਏ ਤੁਹਾਨੂੰ ਕਰੋਨਾ ਚੁੰਬੜ ਜਾਣਾ, ਸਾਰਾ ਟੱਬਰ ਮੁੱਕ ਜਾਓਗੇ, ਜਦੋਂ ਇਹ ਗੱਲ ਪ੍ਰਚਾਰੀ ਗਈ ਉਸ ਵਕਤ ਜਲਿਆਂਵਾਲੇ ਬਾਗ ਦੇ ਵਿੱਚ ਸ਼ਹੀਦਾਂ ਦੇ ਸਥਾਨ ਦੇ ਨਾਲ ਛੇੜਖਾਨੀਆਂ ਹੋ ਰਹੀਆਂ ਸੀ। ਉਸ ਵਕਤ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਸੀ, ਉਸ ਵਕਤ ਨਿਸ਼ਾਨੀਆਂ ਨੂੰ ਅਲੋਪ ਕੀਤਾ ਜਾ ਰਿਹਾ ਸੀ। ਇਹ ਪਹਿਲੀ ਵਾਰ ਨਹੀਂ ਹੋਇਆ। ਦੇਸ਼ ਦੇ ਵਿੱਚ ਵੈਸੇ ਵੀ ਅੱਜ ਕੱਲ੍ਹ ਨਾਵਾਂ ਦਾ ਬਦਲਣਾ, ਸੜਕਾਂ ਦਾ ਬਦਲਣਾ ਜਾਰੀ ਹੈ, ਪਰ ਇੱਥੇ ਸਾਡੇ ਸ਼ਹੀਦਾਂ ਦਾ ਇਤਿਹਾਸ ਹੀ ਬਦਲ ਕੇ ਰੱਖਤਾ। ਅੱਗੇ ਜਦੋਂ ਆਪਾਂ ਜਲਿਆਂਵਾਲੇ ਬਾਗ ਦੇ ਅੰਦਰ ਵੜਦੇ ਸੀਗੇ ਤਾਂ ਪਹਿਲਾਂ ਇੱਕ ਸਭ ਤੋਂ ਮੂਹਰੇ ਇੱਕ ਭੀੜੀ ਗਲੀ ਆਉਂਦੀ ਸੀ ਛੋਟੀ ਜੀ, ਜਿਹਦੇ ਵਿੱਚੋਂ 3 ਬੰਦੇ ਵੀ ਘਿਸੜ ਕੇ ਲੰਘਦੇ ਸੀਗੇ, 2 ਬੰਦੇ ਮੁਸ਼ਕਲ ਨਾਲ ਲੰਘਦੇ ਸੀ ਇਕੱਠੇ, ਪਰ ਉਹਨੂੰ ਢਾਹ ਕੇ ਤੇ ਉਹਨੂੰ ਆਲੇ ਦੁਆਲੇ ਚੌੜੀ ਕਰਕੇ ਤੇ ਬੁੱਤ ਲਾ ਦਿੱਤੇ ਗਏ, ਆਦਮਕਦ ਬੁੱਤ। ਉਹਨਾਂ ਦੇ ਮੁਸਕਰਾਉਂਦੇ ਚਿਹਰੇ ਆ, ਉਹਨਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਸ਼ਰਧਾਂਜਲੀ ਦੇਣ ਵਾਲੀ ਥਾਂ ਤੇ ਆਏ ਆ। ਇੱਥੇ ਨਾ ਜਿਹੜੇ ਅੰਗਰੇਜ਼ ਅਫਸਰ ਨੇ ਗੋਲੀ ਚਲਵਾਈ ਸੀਗੀ ਪੁਲਿਸ ਨੂੰ ਕਹਿ ਕੇ, ਉਹ ਅੰਦਰ ਟੈਂਕ ਲਿਜਾਣਾ ਚਾਹੁੰਦਾ ਸੀਗਾ, ਪਰ ਉਹ ਟੈਂਕ ਅੰਦਰ ਇਸ ਕਰਕੇ ਨਹੀਂ ਲਿਜਾ ਸਕਿਆ ਸੀ ਕਿਉਂਕਿ ਅੰਦਰ ਗਲੀ ਭੀੜੀ ਸੀ। ਇਸ ਦਾਖਲਾ ਕੰਧ ਨੂੰ ਵੇਖ ਕੇ, ਇਸ ਭੀੜੀ ਗਲੀ ਨੂੰ ਵੇਖ ਕੇ ਸਾਨੂੰ ਆਪਣੇ ਪੁਰਖੇ ਚੇਤੇ ਆਉਂਦੇ ਸੀ। ਇੱਥੇ ਨਿੱਕੀ ਇੱਟ ਦੀਆਂ ਜਿਹੜੀਆਂ ਕੰਧਾਂ, ਉਹਨਾਂ ਦੇ ਉੱਤੇ ਹੱਥ ਫੇਰ ਕੇ ਲੱਗਦਾ ਸੀ ਜਿਵੇਂ ਸਾਡੇ ਵੱਡੇ ਵੱਡੇ ਰਹਿਣਗੇ ਹੱਡੀਆਂ ਦੇ ਉੱਤੇ ਹੱਥ ਫੇਰਦੇ ਇੱਦਾਂ। ਉਹਦੇ ਅੰਦਰ ਜਾ ਕੇ ਸਾਨੂੰ ਲੱਗਦਾ ਸੀ ਵੀ ਅਸੀਂ ਮੌਤ ਦੇ ਖੌਫ ਨੂੰ ਦੇਖਣ ਚੱਲੇ ਹਾਂ, ਵੀ ਇੱਥੇ ਹੋਇਆ ਕੀ ਕੀ ਅਤੀਤ ਦੇ ਵਿੱਚ। ਪਰ ਹੁਣ ਉਹ ਸੈਲਫੀ ਪੁਆਇੰਟ ਬਣਾ ਕੇ ਰੱਖਤਾ। ਜਦੋਂ ਆਪਾਂ ਅੱਗੇ ਜਾਂਦੇ ਆ ਤਾਂ ਅੱਗੇ ਸੀਗਾ ਇੱਕ ਜਨਰਲ ਡਾਇਰ ਨੇ ਜਿੱਥੇ ਖੜ ਕੇ ਆਦੇਸ਼ ਦਿੱਤਾ ਸੀਗਾ, ਉਸ ਥਾਂ ਨੂੰ ਮਿਟਾ ਕੇ ਤੇ ਇੱਕ ਵੈਸੇ ਟਾਇਲ ਜੀ ਲਾ ਦਿੱਤੀ ਗਈ ਆ। ਹੁਣ 90% ਬੰਦੇ ਉਹਦੇ ਉੱਤੋਂ ਦੀ ਲੰਘ ਜਾਂਦੇ, ਪਤਾ ਨਹੀਂ ਲੱਗਦਾ ਭਾਈ ਮੈਂ ਚੱਲਿਆ ਕਿੱਧਰ ਨਹੀਂ ਆ। ਫਿਰ ਉਸ ਤੋਂ ਅੱਗੇ ਜਿਹੜੀ ਸ਼ਹੀਦੀ ਲਾਟ ਸੀਗੀ ਉਹਦੀ ਵੀ ਕਹਿੰਦੇ ਵੀ ਜਗ੍ਹਾ ਬਦਲਤੀ ਆ। ਜੋ ਉੱਥੇ ਸਮਾਰਕ ਆ, ਸਮਾਰਕ ਦੇ ਮੂਹਰੇ ਇੱਕ ਤਲਾਬ ਬਣਾ ਕੇ ਉਹਦੇ ਵਿੱਚ ਕਮਲ ਦੇ ਫੁੱਲ ਲਾ ਦਿੱਤੇ ਗਏ ਆ। ਉਹ ਕਮਲ ਦੇ ਫੁੱਲ ਸ਼ਾਇਦ ਕੋਈ ਪਾਰਟੀ ਦਾ ਚੇਤਾ ਕਰਨ ਦੇ ਲਈ ਹੋਵੇ। ਜਿਹੜੀ ਉੱਥੇ ਗੈਲਰੀ ਆ, ਅੱਗੇ ਇੱਕ ਸੀ, ਹੁਣ ਗੈਲਰੀਆਂ ਉੱਥੇ 4 ਹੋ ਗਈਆਂ ਜਲਿਆਂਵਾਲੇ ਬਾਗ 'ਚ, ਪਰ ਜਿਹੜੀਆਂ ਉੱਥੇ ਪੁਰਾਣੀਆਂ ਤਸਵੀਰਾਂ ਸੀ, ਜਿਹੜੀਆਂ ਪੇਂਟਿੰਗ ਸੀ, ਜੋ ਉੱਥੇ ਸ਼ਹੀਦਾਂ ਦੇ ਵੇਰਵੇ ਸੀ, ਸਾਰੇ ਦੇ ਸਾਰੇ ਮਿਟਾਤੇ ਆ। ਜੋ ਜਲਿਆਂਵਾਲਾ ਬਾਗ ਦਾ ਸ਼ਹੀਦੀ ਖੂਹ ਆ, ਉਹਦੀ ਬਿਲਕੁਲ ਨੁਹਾਰ ਬਦਲ ਕੇ ਰੱਖ ਦਿੱਤੀ ਆ, ਉਹਦੇ ਵਿੱਚੋਂ ਪੁਰਾਤਨਤਾ ਗਾਇਬ ਆ। ਹੁਣ ਉੱਥੇ ਜਾ ਕੇ ਇਉਂ ਲੱਗਦਾ ਵੀ ਜਿਵੇਂ ਇਹ ਸੈਰਗਾਹ ਬਣਾਤੀ, ਇਹ ਘੁੰਮਣ ਫਿਰਨ ਦੇ ਲਈ ਇੱਕ ਪਾਰਕ ਬਣਾਤਾ। ਜੋ ਖੂਨ ਪਹਿਲਾਂ ਖੌਲਦਾ ਸੀ ਉੱਥੇ ਜਾ ਕੇ, ਅੱਜ ਕੱਲ੍ਹ ਉਹ ਚੀਜ਼ ਉੱਥੇ ਰਹੀ ਨਹੀਂ। ਤੇ ਅੱਗੋਂ ਪਤਾ ਕਈ ਨੇਤਾ ਕੀ ਕਹਿੰਦੇ ਆ, ਜਦੋਂ ਇਤਨਾ ਬੜਾ ਵਿਕਾਸ ਹੋਤਾ ਹੈ ਨਾ ਤਾਂ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਤੀ ਹੈ। ਕਾਹਦਾ ਵਿਕਾਸ ਹੁੰਦਾ ਹੈ? ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕੀ ਦਿਖਾਵਾਂਗੇ? ਆਦਮਕਦ ਬੁੱਤ ਦਿਖਾਵਾਂਗੇ ਵੀ ਆਹ ਵੇਖੋ ਮੁਸਕਰਾਉਂਦੇ ਹੋਏ ਚਿਹਰੇ, ਵੇਖੋ ਇੱਥੇ ਤਾਂ ਕੁਝ ਵੀ ਨਹੀਂ ਸੀ ਹੋਇਆ। ਜਦੋਂ ਸਾਡੀਆਂ ਪੀੜ੍ਹੀਆਂ ਸਾਨੂੰ ਸਵਾਲ ਕਰਨਗੀਆਂ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਇੱਥੇ ਆਹ ਕੁਝ ਹੋਇਆ, ਇੱਥੇ ਗੋਲੀਆਂ ਵੱਜੀਆਂ, ਇੱਥੇ ਇਸ ਖੂਹ ਦੇ ਵਿੱਚ ਲੋਕਾਂ ਨੇ ਛਾਲਾ ਮਾਰ ਮਾਰ ਕੇ ਜਾਨਾਂ ਦਿੱਤੀਆਂ, ਸਾਨੂੰ ਤਾਂ ਅਜੇ ਇਹੋ ਜਿਹਾ ਕੁਝ ਵੀ ਨਹੀਂ ਲੱਗਦਾ, ਉਦੋਂ ਅਸੀਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ? ਜਦੋਂ ਸਾਡੀਆਂ ਪੀੜ੍ਹੀਆਂ ਲਾਈਟ ਐਂਡ ਸਾਊਂਡ ਸ਼ੋਅ ਸੁਣ ਕੇ ਤੇ ਉਹਦੇ ਵਿੱਚ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਹੀ ਨਹੀਂ ਸੁਣਨਗੀਆਂ, ਜੋ ਸਾਨੂੰ ਕਹਿਣਗੀਆਂ ਕਿ ਇਤਿਹਾਸ 'ਚ ਤਾਂ ਲਿਖਿਆ ਵੀ ਉਹਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਉਹਦੇ 'ਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸ਼ਾਮਲ ਸੀ, ਪਰ ਇੱਥੇ ਤਾਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ। ਉਦੋਂ ਅਸੀਂ ਕੀ ਜਵਾਬ ਦੇਵਾਂਗੇ ਕਿ ਇਹ ਜਾਣ ਬੁੱਝ ਕੇ ਛੇੜਖਾਨੀ ਕੀਤੀ ਗਈ ਹੈ? ਕਿਉਂ ਵਿਕਾਸ ਦੇ ਨਾਂ ਦੇ ਉੱਪਰ ਹਮੇਸ਼ਾ ਹੀ ਕੁਦਰਤ ਦਾ, ਲੋਕਾਂ ਦਾ, ਤੁਹਾਡੇ ਜਜ਼ਬਾਤਾਂ ਦਾ ਕਤਲ ਕਿਉਂ ਕੀਤਾ ਜਾਂਦਾ? ਇੱਕ ਹੋਰ ਬੜੀ ਮਹੱਤਵਪੂਰਨ ਗੱਲ ਆ, ਜਿਹੜੀ ਬਾਹਰਲੀ ਕੰਧ ਆ ਉਹਦੇ ਉੱਤੇ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ, ਫਿਰ ਪੰਜਾਬੀ ਦੇ ਵਿੱਚ ਤੇ ਫਿਰ ਅੰਗਰੇਜ਼ੀ ਦੇ ਵਿੱਚ ਜਲਿਆਂਵਾਲਾ ਬਾਗ ਲਿਖਿਆ। ਉੱਦਾਂ ਤਾਂ ਪੰਜਾਬ ਦੀ ਸਰਕਾਰੀ ਤੇ ਗੈਰ ਸਰਕਾਰੀ ਭਾਸ਼ਾ ਜਿਹੜੀ ਉਹ ਪੰਜਾਬੀ ਆ, ਤੇ ਫਿਰ ਇੱਥੇ ਪੰਜਾਬ ਦੇ ਵਿੱਚ ਹੀ ਅੰਮ੍ਰਿਤਸਰ, ਇਹ ਕਿਹੜਾ ਕਰਨਾਟਕ ਦੇ ਵਿੱਚ ਜਾਂ ਆਂਧਰਾ ਪ੍ਰਦੇਸ਼ ਦੇ ਵਿੱਚ ਆ, ਤੁਸੀਂ ਪੰਜਾਬੀ ਪਹਿਲੀ ਥਾਂ ਦੇ ਉੱਤੇ ਕਿਉਂ ਨਹੀਂ ਰੱਖੀ? ਤੇ ਜੋ ਸ਼ਹੀਦ ਊਧਮ ਸਿੰਘ ਦਾ ਹੁਣ ਤੱਕ ਅਸੀਂ ਬੁੱਤ ਵੇਖਿਆ ਉਹ ਪਿਸਤੌਲ ਵਾਲਾ ਹੁੰਦਾ, ਇੱਥੇ ਪਿਸਤੌਲ ਵਾਲਾ ਨਹੀਂ, ਉਹਦਾ ਹੱਥ ਐਂ ਕੀਤਾ ਵਿਆ, ਇਉਂ ਲੱਗਦਾ ਜਿਵੇਂ ਮੰਗਣ ਵਾਲੇ ਦਾ ਬੁੱਤ ਲਾਤਾ ਹੁੰਦਾ। ਤੇ ਅੱਗੋਂ ਉੱਤਰ ਪਤਾ ਕੀ ਦਿੱਤਾ ਜਾ ਰਿਹਾ? ਇਹ ਜਦੋਂ ਸ਼ਹੀਦ ਊਧਮ ਸਿੰਘ ਨੇ ਮਿੱਟੀ ਦੀ ਸਹੁੰ ਖਾਧੀ ਸੀ ਬਦਲਾ ਲੈਣ ਦੇ ਲਈ, ਇਹ ਅਸੀਂ ਉਹ ਬੁੱਤ ਲਾਇਆ। ਪਿਸਤੌਲ ਤੋਂ ਕਿਹੜੀ ਗੱਲੋਂ ਡਰ ਲੱਗਦਾ? ਪਤਾ ਨਹੀਂ ਤੁਸੀਂ ਕਿਹੜੇ ਮਸਲੇ ਦੇ ਉੱਤੇ ਲੜ ਲਓਗੇ ਟਾਣਾ ਸਾਹਿਬ, ਕਿਉਂਕਿ ਗੱਲ ਇਹ ਹੈ ਨਾ ਕਿ ਇਹ ਸਭ ਕੁਝ ਕੀਤਾ ਉਦੋਂ ਗਿਆ ਜਦੋਂ ਲੋਕ ਘਰਾਂ ਦੇ ਵਿੱਚ ਕੈਦ ਸੀ। ਹੁਣ ਤਾਂ ਨਿਸ਼ਾਨੀਆਂ ਮਿਟ ਗਈਆਂ ਨਾ, ਹੁਣ ਤਾਂ ਸਿਰਫ ਅਸੀਂ ਅਫਸੋਸ ਕਰ ਸਕਦੇ ਹਾਂ, ਅਸੀਂ ਰੋ ਸਕਦੇ ਹਾਂ, ਅਸੀਂ ਪਛਤਾਵਾ ਕਰ ਸਕਦੇ ਹਾਂ ਕਿ ਸਾਡੇ ਕੋਲੋਂ ਸਾਡੇ ਅਤੀਤ ਦੀਆਂ ਨਿਸ਼ਾਨੀਆਂ, ਸਾਡਾ ਇਤਿਹਾਸ ਖੋਹ ਲਿਆ ਗਿਆ, ਜਿਹੜਾ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਅੱਖੀਂ ਦਿਖਾਉਣਾ ਸੀ ਵੀ ਆਹ ਉਹ ਗਲੀ ਹੈ, ਆਹ ਉਹ ਕੰਧਾਂ ਨੇ, ਆਹ ਉਹ ਗੋਲੀਆਂ ਦੇ ਨਿਸ਼ਾਨ ਨੇ, ਆਹ ਉਹ ਖੂਹ ਹੈ, ਉਹ ਸਭ ਕੁਝ ਬਦਲ ਕੇ ਰੱਖ ਦਿੱਤਾ ਗਿਆ। ਅਸੀਂ ਕੀ ਮੂੰਹ ਦਿਖਾਵਾਂਗੇ ਆਪਣੀਆਂ ਤੇ ਨਾਲੇ ਇੱਕ ਗੱਲ ਹੋਰ ਆ ਵੀ ਕੋਈ ਬੜਾ ਫਿਕਰ ਕਰਨ ਦੀ ਲੋੜ ਨਹੀਂ ਪੰਜਾਬੀਆਂ ਨੂੰ। ਆਪਾਂ ਰੈਲੀਆਂ ਰੂਲੀਆਂ ਵੱਲ ਚੱਲੀਏ, ਪਕੌੜੇ ਖਾਈਏ, ਆਪਾਂ ਪਕੌੜੇ ਖਾਈਏ, ਰੈਲੀਆਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ। ਇੱਥੇ ਕੀ ਆ, ਇਤਿਹਾਸ ਤਾਂ ਆਪਾਂ ਵੈਸੇ ਹੀ ਮਿਟਾ ਦਿੰਦੇ ਹੁੰਦੇ ਆ।
ਅਸੀਂ ਇਤਿਹਾਸ ਬਣਾਉਣੇ ਮਿਟਾਉਣ ਵਾਸਤੇ ਆ। ਬਿਲਕੁਲ। ਸੋ ਆਪਾਂ ਇਧਰ ਖਿਆਲ ਨਹੀਂ ਕਰਨਾ। ਜਿਹੜੇ ਕੁਝ ਕੁ ਲੋਕ ਖਿਆਲ ਕਰਦੇ ਆ ਉਹਨਾਂ ਦੇ ਵਿੱਚ ਵੀ ਨੁਕਸ ਕੱਢੋ ਵੀ ਤੁਸੀਂ ਤਾਂ ਵਿਹਲੇ ਆ। ਹਾਂ, ਉਹਨਾਂ ਦੀਆਂ ਤਸਵੀਰਾਂ ਬਦਲ ਕੇ ਤੁਸੀਂ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਓ। ਤੁਸੀਂ ਕਹੋ ਵੀ ਇਹ ਤਾਂ ਵਿਹਲੜ ਨੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਸਾਨੂੰ ਜ਼ਿਆਦਾ ਪਤਾ, ਇਹ ਤਾਂ ਵਿਕ ਗਏ, ਇਹ ਤਾਂ ਵਿਕਾਊ ਲੋਕ ਨੇ। ਆਪਾਂ ਰੈਲੀਆਂ 'ਚ ਧਿਆਨ ਦਈਏ, ਉਹ ਜ਼ਿਆਦਾ ਵਧੀਆ। ਮੈਂ ਸੋਚਦੀ ਹਾਂ ਜੇ ਕਿਤੇ ਆਇਰਲੈਂਡ ਦੇ ਇਸ ਬੰਦੇ ਦੀ ਤਰ੍ਹਾਂ, ਕ੍ਰਿਸ ਹਾਰਕਿਨ ਦੀ ਤਰ੍ਹਾਂ ਪੰਜਾਬ ਦੇ ਨੌਜਵਾਨ ਵੀ ਸੋਚਣ ਲੱਗ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਸੜਕ, ਕੋਈ ਵੀ ਚੌਂਕ, ਕੋਈ ਵੀ ਥਾਂ ਸਾਨੂੰ ਖਾਲੀ ਨਾ ਦਿਖੂਗੀ। ਨੇ ਹੋਇਆ ਕੀ ਕ੍ਰਿਸ ਸਾਹਿਬ ਨੇ ਕੀ ਲਾਤਾ? ਇਹ ਕ੍ਰਿਸ ਹਾਰਕਿਨ ਸਾਹਿਬ ਆਇਰਲੈਂਡ ਦੇ ਰਹਿਣ ਵਾਲੇ ਆ, 24 ਸਾਲਾਂ ਦੀ ਉਮਰ ਹੈ, ਗ੍ਰੈਜੂਏਟ ਬੰਦਾ ਹੈ ਤੇ ਜਿਉਂ ਗ੍ਰੈਜੂਏਸ਼ਨ ਕੀਤੀ ਨੌਕਰੀ ਲੱਭਣ ਲੱਗ ਗਿਆ। ਹਾਂ, 300 ਤੋਂ ਵੱਧ ਥਾਵਾਂ ਤੇ ਅਪਲਾਈ ਕੀਤਾ। ਅੱਛਾ, ਆਇਰਲੈਂਡ ਦੇ ਵਿੱਚ ਵੀ ਪੰਜਾਬ ਵਾਲਾ ਹਾਲ ਹੀ ਆ। ਲੱਗਦਾ ਤਾਂ ਇਹੀ ਹੈ। ਨੌਕਰੀ ਨਹੀਂ ਮਿਲੀ ਟਾਣਾ ਸਾਹਿਬ, ਕਹਿੰਦੇ ਹੈ ਨਹੀਂ ਕਿਤੋਂ ਵੀ। ਉਹਨੇ ਮਤਲਬ ਜਿੰਨੀਆਂ ਥਾਵਾਂ ਦੇ ਉੱਪਰ ਆਪਣਾ ਰਿਜ਼ਿਊਮੇ ਜੋ ਵੀ ਭੇਜਿਆ ਤਾਂ ਉੱਥੋਂ ਉਹਨੂੰ ਜਵਾਬ ਜਿਹੜਾ ਉਹ ਨਾ ਦੇ ਵਿੱਚ ਹੀ ਆਇਆ। ਇੱਥੇ ਪਟਵਾਰੀ ਦੀਆਂ ਭਰਤੀਆਂ ਨਿਕਲ ਗਈਆਂ ਸੀ, ਇੱਥੇ ਕਰਕੇ ਦੇਖ ਲੈਂਦਾ। ਕਿੰਨੀਆਂ ਪੋਸਟਾਂ ਸੀ? ਇਹ ਪੋਸਟਾਂ ਤਾਂ ਥੋੜੀਆਂ ਸੀ, ਪਰ ਗੱਲ ਇਹ ਵੀ ਅਪਲਾਈ ਤਾਂ 2.5 ਲੱਖ ਦੇ ਕਰੀਬ ਲੋਕਾਂ ਨੇ ਕੀਤਾ ਸੀ। ਜੀ ਤੇ ਉਹ ਆਇਰਲੈਂਡ ਦੇ ਵਿੱਚ ਜਿਹੜੇ ਭਾਈ ਸਾਹਿਬ ਨੇ ਉਹ ਤੰਗ ਆ ਗਏ, ਕਹਿੰਦੇ ਕੀ ਹੈ 300 ਥਾਵਾਂ ਤੇ ਆਵੇਦਨ ਦਿੱਤਾ ਤੇ ਮੈਨੂੰ ਹਾਲੇ ਤੇ ਨੌਕਰੀ ਨਹੀਂ ਮਿਲੀ ਹੈਗੀ, ਇੰਨੀਆਂ ਬੇਨਤੀਆਂ ਕੀਤੀਆਂ ਮੈਂ। ਉਹਨਾਂ ਨੇ ਸ਼ਹਿਰ ਦੇ ਵਿੱਚ ਜਿਹੜੇ ਬਿੱਲ ਬੋਰਡ ਹੁੰਦੇ ਆ ਉਹ ਲਵਾਤੇ, ਵੱਡਾ ਆਦਮਕਦ ਬੋਰਡ, ਹੋਰ ਕੀ, ਜਿਵੇਂ ਕੈਪਟਨ ਸਾਹਿਬ ਦੇ ਲੱਗੇ ਆ। ਇੰਨੇ ਗੈਂਗਸਟਰ ਅਸੀਂ ਅੰਦਰ ਕਰ ਦਿੱਤੇ, ਏਦਾਂ ਕਰਕੇ ਘਰ ਘਰ ਅਸੀਂ ਨੌਕਰੀ ਦੇ ਦਿੱਤੀ, ਏਦਾਂ ਕਰਕੇ ਅਸੀਂ ਸਭ ਨੂੰ ਸਲਾਮ ਕੀਤੀ ਆ, ਸਾਰੇ ਮਸਲੇ ਹੱਲ ਕਰਤੇ ਆ। ਉਹ ਜਿਹੜੇ ਕੈਪਟਨ ਸਾਹਿਬ ਵਾਲੇ ਨਾ ਇੰਨੇ ਸਮਾਰਟ ਸਕੂਲ ਬਣਾ ਦਿੱਤੇ, ਪੈਨਸ਼ਨ ਦੇ ਵਿੱਚ ਵਾਧਾ ਕਰ ਦਿੱਤਾ, ਸ਼ਗਨ ਸਕੀਮ ਦੇ ਵਿੱਚ ਕਮਾਲਾਂ ਕਰ ਦਿੱਤੀਆਂ। ਬਸ ਪੰਜਾਬ ਤਰੱਕੀ ਦੇ ਰਾਹ ਦੇ ਉੱਤੇ ਆ। ਉਹੋ ਜਿਹੇ ਬੋਰਡ ਹੌਲੀ ਬੋਲੋ, ਕ੍ਰਿਸ ਕਿਤੇ ਵੀਜ਼ਾ ਨਾ ਲਵਾ ਲਵੇ। ਨਹੀਂ, ਕ੍ਰਿਸ ਵਰਗੇ ਜੇਕਰ ਇੱਥੇ ਬੋਰਡ ਲੱਗਣ ਲੱਗ ਗਏ ਤਾਂ ਫਿਰ ਕੈਪਟਨ ਸਾਹਿਬ ਦੇ ਕਿੱਥੇ ਲੱਗਣਗੇ? ਫਿਰ ਅਕਾਲੀ ਦਲ ਦੇ ਆਗੂਆਂ ਦੇ ਕਿੱਥੇ ਲੱਗਣਗੇ? ਫਿਰ ਆਪ ਵਾਲੇ ਕਿੱਥੇ ਲੱਗਣਗੇ? ਫਿਰ ਤਾਂ ਬੋਰਡ ਬੇਰੁਜ਼ਗਾਰਾਂ ਨੇ ਦਿਸਣਗੇ ਤੇ ਫਿਰ ਮੰਤਰੀਆਂ ਸੰਤਰੀਆਂ ਨਹੀਂ ਦਿਸਦੇ। ਬਿਲਕੁਲ ਸਹੀ ਹੈ। ਇਹ ਜਿਹੜਾ ਮੁੰਡਾ ਹੈ ਨਾ, ਇਹਨੇ ਇਸ ਬਿਲ ਬੋਰਡ ਦੇ ਉੱਪਰ ਆਪਣੀ ਫੋਟੋ ਲਾਈ ਹੈ ਵੱਡੀ ਸਾਰੀ, ਉਹਦੇ ਨਾਲ ਸਾਈਡ ਦੇ ਉੱਤੇ ਲਿਖਿਆ ਹੋਇਆ ਹੈ ਕਿ ਪਲੀਜ਼ ਹਾਇਰ ਮੀ, ਕਿਰਪਾ ਕਰਕੇ ਮੈਨੂੰ ਨੌਕਰੀ ਦੇ ਦਿਓ। ਤੇ ਥੱਲੇ ਇਹਨੇ ਯੋਗਤਾ ਵੀ ਲਿਖੀ ਹੈ ਜੀ, ਐਕਸਪੀਰੀਅੰਸਡ ਰਾਈਟਰ ਤੇ ਕੰਟੈਂਟ ਕ੍ਰੀਏਟਰ। ਠੀਕ ਹੈ, ਉਹਦੇ ਥੱਲੇ ਉਹਨੇ ਆਪਣੇ ਬਾਰੇ ਚ ਲਿਖਿਆ ਹੈ। ਇਹ ਜਿਹੜਾ ਮੁੰਡਾ ਇਹਨੇ 40,000 ਰੁਪਇਆ ਖਰਚ ਕਰਤਾ ਇਹਨਾਂ ਬਿਲ ਬੋਰਡਾਂ ਤੇ। ਅੱਛਾ, ਹਾਲੇ ਤੇ ਨੌਕਰੀ ਨਹੀਂ ਮਿਲੀ। ਦੇਖੋ, ਇੱਕ ਤਾਂ ਵਿਚਾਰੇ ਨੂੰ ਨੌਕਰੀ ਨਹੀਂ ਮਿਲਦੀ, ਉਤੋਂ ਬੋਰਡ ਲਾਉਣਾ ਪਿਆ। ਕਹਿੰਦੇ ਵੀ 400 ਪਾਉਂਡ ਦਾ ਲੱਗਾ ਇਹ, ਤੇ ਕਹਿੰਦੇ ਵੀ ਇਹਨੂੰ 15 ਦਿਨ ਦੇ ਲਈ ਵਕਤ ਮਿਲਿਆ। ਉੱਥੇ ਜਿਹੜੀ ਪੂਰੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਥਾਂ, ਵੀ ਜਿਵੇਂ ਹਰ ਸ਼ਹਿਰ ਦੇ ਵਿੱਚ ਇੱਕ ਚੌਂਕ ਹੁੰਦਾ ਜਿੱਥੇ ਸਭ ਤੋਂ ਵੱਧ ਲੋਕਾਂ ਦੀ ਨਿਗਾਹ ਪੈਂਦੀ ਵੀ ਹੈ ਆ ਕੀ ਲਾ ਲਿਆ, ਉੱਥੇ ਲਾਇਆ ਨਹੀਂ ਹੈ। ਤੇ ਅਗਲੀ ਗੱਲ ਇਹ ਹੈ ਵੀ ਦੇਖੋ, ਦੇਸ਼ ਦਾ ਫਰਕ ਹੁੰਦਾ। ਬਿਲਕੁਲ, ਆਇਰਲੈਂਡ ਦੇ ਵਿੱਚ ਵੀ ਬੇਰੁਜ਼ਗਾਰੀ ਹੈ ਤੇ ਅਸੀਂ ਕਹਿੰਦੇ ਵੀ ਭਾਰਤ ਦੇ ਵਿੱਚ ਹੈ। ਜੇ ਕਿਤੇ ਪੰਜਾਬ ਦੇ ਵਿੱਚ ਹਾਰਕਿਨ, ਕੀ ਨਾਂ ਸੀ ਇਹਦਾ? ਹਾਰਕਿਨ, ਕ੍ਰਿਸ ਹਾਰਕਿਨ। ਹਾਰਕਿਨ ਸਾਹਿਬ ਜੇਕਰ ਇੱਥੇ ਜੰਮੇ ਹੁੰਦੇ ਪੰਜਾਬ 'ਚ, ਘਰ ਘਰ ਨੌਕਰੀ ਮਿਲਦੀ ਇੱਥੇ। ਹੋ ਸਕਦਾ ਤੁਹਾਨੂੰ ਘਰੋਂ ਘਸੀਟ ਕੇ ਲੈ ਕੇ ਜਾਂਦੇ ਵੀ 4 ਨੌਕਰੀਆਂ, ਇੱਕ ਬੰਦੇ ਨੂੰ 3-3 4-4 ਨੌਕਰੀਆਂ ਮਿਲਦੀਆਂ ਇੱਥੇ। ਲਿਟਦਾ ਬੰਦਾ, ਨਹੀਂ ਮੈਂ ਪਟਵਾਰੀ ਲੱਗ ਗਿਆ ਭਰਾਵਾ, ਮੈਨੂੰ ਹੁਣ ਨਾ ਕੁਛ ਬਣਾਓ। ਉਹ ਕਹਿੰਦੇ ਨਾ, ਨਾਲ ਲਾਈਨਮੈਨ ਵੀ ਬਣਨਾ ਪਊ, ਨਾਲ ਜੇਲ੍ਹ ਵਾਰਡਨ ਵੀ ਬਣਾਵਾਂਗੇ। ਹਾਂ, ਤੈਨੂੰ ਦੱਸ ਚਾਹੀਦਾ ਕੀ ਆ? ਬਿਲਕੁਲ ਸਹੀ ਗੱਲ ਹੈ। ਇੱਥੇ ਹੁੰਦਾ ਨਾ, ਬੋਰਡ ਲਾਉਣ ਦੀ ਲੋੜ ਨਹੀਂ ਸੀ ਪੈਣੀ ਜੀ। ਇੱਕ ਵੀਡੀਓ ਬਣਾ ਕੇ ਪਾਉਂਦਾ ਖੂਬਸੂਰਤ ਜੀ, ਜਾਂ ਫਿਰ ਇੱਕ ਟਿਕਟੌਕ ਤੇ ਤੂੰ ਕੰਮ ਕਰਦਾ ਹੁੰਦਾ, ਤੈਨੂੰ ਨੌਕਰੀ ਮਿਲ ਜਾਣੀ ਸੀ। ਹੌਲੀ ਬੋਲੋ ਟਾਣਾ ਸਾਹਿਬ, ਜੇ ਉਹਨੂੰ ਚਾਹੀਦਾ ਵਿਚਾਰ ਸਮਝ ਆ ਗਿਆ ਪੰਜਾਬੀ ਚ ਤੇ ਹੋਰ ਨਾ ਉਹ ਸੱਚੀ ਟਿਕਟ ਲੈ ਕੇ ਆ ਜਾ, ਮੁੜ ਕੇ ਆਪਣੇ ਗੱਲ ਪਵੇ। ਐਂਡ ਯੂ ਆਰ ਲੇਜ਼ੀ ਗਾਏ। ਓ ਮਾਈ ਗॉड, ਗੱਲ ਬਣੀ ਪੂਰੀ ਬਣੀ। ਵੈਸੇ ਸਹੀ ਕਿਹਾ ਮੈਂ? ਬਿਲਕੁਲ ਸਹੀ ਕਿਹਾ। ਆਈ ਆ, ਹਾਏ ਹਾਏ, 8.5 ਬੈਂਡ ਵੱਟ ਤੇ ਤਾਂ ਵੀ ਸ਼ੁਕਰ ਹੈ, ਅੱਧਾ ਕ ਰੱਖ ਲਿਆ ਤੁਸੀਂ। ਇਹ 9 ਹੁੰਦੇ ਕੁੱਲ 9 ਹੀ ਹੁੰਦੇ। ਅੱਛਾ, ਪਰ ਗੱਲ ਇਹ ਹੈ ਕਿ ਬੇਰੁਜ਼ਗਾਰ ਵਿਚਾਰਾ, ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ। ਪਰ ਸਾਡੇ ਬੇਰੁਜ਼ਗਾਰ ਕੀ ਕਰਨ? ਅਧਿਆਪਕ ਦਿਵਸ ਦੇ ਉੱਤੇ ਵੀ ਅਧਿਆਪਕਾਂ ਨੇ ਵਿਚਾਰਿਆਂ ਨੇ ਵਾਵਾ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਨਹੀਂ ਸੁਣੀ। ਟਾਣਾ ਸਾਹਿਬ, ਸੁਣਦਾ ਕੌਣ? ਇੱਥੇ ਅੰਨੇ ਨੂੰ ਬੋਲਾ ਘੜੀਸੀ ਜਾਂਦਾ ਤੇ ਗੱਲ ਉੱਥੇ ਦੀ ਉੱਥੇ ਆ ਜੀ, ਪਰ ਨਾਲਾ ਉੱਥੇ ਦਾ ਉੱਥੇ ਆ। ਅਸੀਂ ਨੌਕਰੀ ਦਿੱਤੀ ਸੀ, ਫਲਾਣਾ ਨਹੀਂ ਚੰਗਾ, ਦੂਜਾ ਕਹਿੰਦਾ ਇੱਕ ਵਾਰੀ ਮੌਕਾ ਤਾਂ ਦਿਓ, ਸਾਰਾ ਕੁਝ ਠੀਕ ਕਰ ਦੇਣਗੇ। ਬਿਲਕੁਲ, ਤੁਸੀਂ ਵੇਖੋ ਹਰ ਪਾਸੇ ਪੰਜਾਬ 'ਚ ਸਿਰਫ ਪ੍ਰਦਰਸ਼ਨ ਹੀ ਹੋ ਰਹੇ ਨੇ, ਪੂਰੇ ਭਾਰਤ 'ਚ ਪ੍ਰਦਰਸ਼ਨ ਹੀ ਹੋ ਰਹੇ ਨੇ। ਇੱਕ ਮੈਂ ਗੱਲ ਨਾ ਹੋਰ ਵਿੱਚ ਦਰਜ ਕਰਨੀ ਚਾਹੁੰਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਇੱਕ ਵਾਰੀ ਮੌਕਾ ਦਿਓ, 300 ਯੂਨਿਟ ਬਿਜਲੀ ਮੁਫਤ ਦੇ ਦੇਵਾਂਗੇ ਮਹੀਨੇ ਦੀ, 400 ਯੂਨਿਟ ਦੇ ਦੇਵਾਂਗੇ, ਅਸੀਂ 400 ਦੇ ਦੇਵਾਂਗੇ ਮਹੀਨੇ ਦੀ, ਕੋਈ ਕਹਿੰਦਾ 200 ਦੇ ਦੇਵਾਂਗੇ। ਵੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਡਿਜੀਟਲ ਮੀਟਰ ਲੱਗਣ ਲੱਗ ਪਏ ਤੁਹਾਡੇ ਘਰਾਂ 'ਚ। ਆਉਂਦੇ ਸਾਲ 1.5 ਸਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡਿਜੀਟਲ ਮੀਟਰ ਲੱਗ ਜਾਣੇ ਆ। ਜਿਵੇਂ ਮੋਬਾਈਲ ਦੇ ਵਿੱਚ ਪੈਸੇ ਪਵਾਉਣੇ ਆ, ਉਵੇਂ ਮੀਟਰ ਦੇ ਵਿੱਚ ਪਿਆ ਕਰਨੇ ਆ ਵੀ ਤੁਹਾਡੀ 900 ਦੀ ਬਿਜਲੀ ਖਪਤ ਹੋ ਗਈ ਆ, 1000 ਦੀ ਹੋ ਗਈ, 2000 ਦੀ, ਇੱਦਾਂ। ਤੇ ਜਦੋਂ ਬਿਜਲੀ ਦਾ ਨਿੱਜੀਕਰਨ ਹੀ ਹੋ ਗਿਆ ਸਾਰੇ ਪਾਸੇ, ਤਾਂ ਤੁਹਾਨੂੰ 400 ਯੂਨਿਟ ਦੇਊਗਾ ਕੌਣ? ਇਹ ਤਾਂ ਸਰਕਾਰੀ ਚੀਜ਼ ਦਾ ਹੀ ਹੈ ਨਾ, ਵੀ ਜੇ ਬਿਜਲੀ ਸਰਕਾਰੀ ਰਹੀ, ਸਰਕਾਰੀ ਹੱਥਾਂ 'ਚ, ਤਾਂ
ਸਾਰਾ ਕੁਝ ਤਾਂ ਨਿੱਜੀ ਹੱਥਾਂ 'ਚ ਦਿੱਤਾ। ਕਦੇ ਕਿਸੇ ਨੇ ਗੱਲ ਕਹੀ ਵੀ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਤੁਹਾਡਾ ਮੁਫਤ ਸਫ਼ਰ ਫ੍ਰੀ, ਤੇ ਜੇਕਰ ਸਰਕਾਰੀ ਬੱਸਾਂ ਰਹਿਣਗੀਆਂ ਹੀ ਨਾ ਤਾਂ ਤੁਹਾਡਾ ਮੁਫਤ ਸਫ਼ਰ ਕਿੱਥੇ ਹੋਣਾ? ਨਾ ਕਈਆਂ ਦੀਆਂ ਤਾਂ ਆਪਦੀਆਂ ਬਹੁਤ ਵਧੀਆ ਬੱਸਾਂ ਚੱਲ ਰਹੀਆਂ ਨੇ। ਕਿਸੇ ਨੇ ਕਿਹਾ ਵੀ ਸਾਡੀ ਵਾਲੀ ਬੱਸ 'ਚ ਬੈਠੋਗੇ ਤੇ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਜਾਓ ਮੁਫਤ। ਉਹ ਕਹਿੰਦੇ ਨਹੀਂ, ਜਦੋਂ ਸਾਡੀ ਸਰਕਾਰ ਆ ਗਈ ਨਾ ਉਦੋਂ ਸਰਕਾਰੀ ਏਸੀ 'ਚ ਮੁਫਤ ਕਰ ਦਿਆਂਗੇ। ਹਾਂ, ਤੇ ਨਾਲੇ ਰੋਡਵੇਜ਼ ਦਾ ਰਹਿੰਦਾ ਵੀ ਬੇੜਾ ਗਰਕ ਕਰ ਦਿਆਂਗੇ। ਹਾਂ ਵੀ ਬਿਲਕੁਲ ਨਾ ਚੱਲੇ ਉਹ। ਹਾਲੇ ਰਹਿੰਦਾ ਮਤਲਬ ਜਿਹੜਾ ਕਹਿ ਲੋ ਵੀ ਵਿਚਾਰੇ ਮੁਲਾਜ਼ਮ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ, ਪ੍ਰਦਰਸ਼ਨ ਕਰ ਰਹੇ ਨੇ, ਜਿਨ੍ਹਾਂ ਦੀ ਨੌਕਰੀ ਰੋਜ਼ੀ ਰੋਟੀ ਜੁੜੀ ਹੋਈ ਹੈ, ਉਹ ਤਾਂ ਕੋਸ਼ਿਸ਼ 'ਚ ਲੱਗੇ ਹੋਏ ਆ। ਇਹਨਾਂ ਨੇ ਤਾਂ ਮਤਲਬ ਉਹ ਵੀ ਕਹਿਣਾ ਵੀ ਚਲੋ ਸੁਣਿਆ ਹੀ ਸੀ ਕੀ ਜ਼ੁਬਾਨ ਕੈਂਚੀ ਤੋਂ ਤਿੱਖੀ ਹੁੰਦੀ ਹੈ। ਹਾਂ ਤੇ ਹੁੰਦੀ ਆ, ਤੁਸੀਂ ਦੇਖਦੇ ਨਹੀਂ ਆਲੇ ਦੁਆਲੇ। ਟਹਿਣਾ ਸਾਹਿਬ, ਆਪਾਂ ਬਹੁਤ ਵਾਰ ਸੁਣਿਆ ਕਿ ਲੋਕ ਕਹਿੰਦੇ ਆ ਵੀ ਜੇ ਕੈਂਚੀ ਹੈ ਨਹੀਂ ਤੇ ਜੇ ਰੀਬਨ ਰੂਬਨ ਜਾਂ ਕੋਈ ਚੀਜ਼ ਕੱਟਣੀ ਹੈ ਤੇ ਜੀਭ ਨਾਲ ਕੱਟ ਦੇ ਵੀ ਤਾਂ ਉਹਦੀ ਜਿੰਨੀ ਤਿੱਖੀ ਹੈ। ਤੇ ਕੱਟਦੇ ਹੀ ਐਂ ਕਰਕੇ। ਸੱਚੀ ਕੱਟਤੀ? ਹਾਂ ਤੇ ਐਂ ਕੱਟਦੇ ਲੋਕ। ਮੈਂ ਤਾਂ ਆਪ ਕਈ ਵਾਰੀ ਧਾਗਾ ਤੂੰ ਐਂ ਕਰ ਲੈਣਾ। ਧਾਗਾ ਤੇ ਰੀਬਨ ਕੱਟਣ 'ਚ ਫਰਕ ਹੁੰਦਾ ਹੈ। ਤੇ ਰੀਬਨ ਕੌਣ ਕੱਟਦਾ? ਰੀਬਨ ਤਾਂ ਕੈਂਚੀ ਨਾਲ ਕੱਟਿਆ ਜਾਂਦਾ। ਨਹੀਂ ਯਕੀਨ ਤਾਂ ਪੰਜਾਬ ਦੇ ਕਿਸੇ ਮੰਤਰੀ ਨੂੰ ਪੁੱਛ ਲਓ। ਉਹ ਜਦੋਂ ਐ ਕੱਟ ਕੇ ਲਾਲ ਰੰਗ ਦਾ ਰੀਬਨ ਤੇ ਬਾਅਦ ਦੇ ਵਿੱਚ ਮਿਸ਼ਰੀ ਤੇ ਲੈਚੀ ਮੂੰਹ ਨੂੰ ਲਾਉਂਦੇ ਆ ਤੇ ਫਿਰ ਦਿੰਦੇ ਭਾਸ਼ਣ ਵੀ ਆਪਾਂ ਵਿਕਾਸ ਐਂ ਕਰਦੇ ਹੁੰਨੇ ਆ। ਤੇ ਕਦੇ ਦੇਖੋ ਤਾਂ ਸਹੀ ਜਾ ਕੇ। ਨਾ ਤੁਸੀਂ ਹਲੇ ਲਹਿੰਦੇ ਪੰਜਾਬ ਵਾਲੇ ਜਿਹੜੇ ਜੇਲ੍ਹ ਮੰਤਰੀ ਐ ਉਹਨਾਂ ਨੂੰ ਨਹੀਂ ਵੇਖਿਆ? ਕੀ ਕਰਤਾ ਉਹਨਾਂ ਨੇ? ਟਹਿਣਾ ਸਾਹਿਬ ਦੰਦਾਂ ਨਾਲ ਰੀਬਨ ਕੱਟ ਦਿੱਤਾ। ਕੈਂਚੀ ਟੁੱਟ ਗਈ? ਨਹੀਂ, ਖੁੰਡੀ ਸੀ। ਤੇ ਪਹਿਲਾਂ ਨਹੀਂ ਦੱਸਦਾ ਸੀ? ਨਹੀਂ ਪਤਾ ਲੱਗਿਆ ਉਹਨਾਂ ਨੂੰ। ਅੱਛਾ, ਇਹ ਉੱਥੋਂ ਦੇ ਲਹਿੰਦੇ ਪੰਜਾਬ ਦੇ ਜੇਲ੍ਹ ਮੰਤਰੀ ਹੈ ਫਯਾਜ਼ ਅਲ ਹਸਨ ਚੌਹਾਨ। ਇਹ ਕਹਿੰਦੇ ਵੀ ਉਹ ਕਿਤੇ ਗਏ ਸੀਗੇ ਉਦਘਾਟਨ ਕਰਨ ਦੇ ਲਈ, ਹਨਾ, ਤੇ ਉੱਥੇ ਜਿਹੜਾ ਕੈਂਚੀ ਨਾਲ ਕੋਸ਼ਿਸ਼ ਕੀਤੀ, ਨਹੀਂ ਰਿਬਨ ਕੱਟਿਆ ਗਿਆ, ਖੁੰਡੀ ਸੀ, ਤੇ ਉਸ ਵਾਰ ਫਿਰ ਇਹਨਾਂ ਨੇ ਆਪਣੇ ਦੰਦਾਂ ਦੀ ਵਰਤੋਂ ਕੀਤੀ। ਇਹ ਇੱਕ ਦੁਕਾਨ ਦਾ ਉਦਘਾਟਨ ਕਰਨ ਦੇ ਲਈ ਗਏ ਸੀ ਜੀ। ਕੋਈ ਇਹਨਾਂ ਦਾ ਨੇੜਲਾ ਹੋਣਾ, ਮਿੱਤਰ ਹੋਣਾ, ਜਿਹਦੇ ਕਰਕੇ ਇਹਨਾਂ ਨੂੰ ਜਾਣਾ ਪਿਆ। ਚਲੋ ਵਧੀਆ ਗੱਲ ਆ। ਪਰ ਉੱਥੇ ਜਦੋਂ ਰੀਬਨ ਕੱਟਣਾ ਸੀਗਾ ਤੇ ਕੈਂਚੀ ਨੂੰ ਇਹ 2-3 ਵਾਰੀ ਐਂ ਜੇ ਕੀਤਾ ਇਹਨਾਂ ਨੇ, ਉਹ ਗੱਲ ਬਣੀ ਨਹੀਂ। ਉਹ ਕਿਤੇ ਮੁੜੀ ਪਈ ਹੋਣੀ ਆ ਜਾਂ ਕੋਈ ਪੁਰਾਣੀ ਚੱਕ ਕੇ ਫੜਾਤੀ। ਫਿਰ ਇਹਨਾਂ ਨੇ ਆਖਿਆ ਵੀ ਐਂ ਤਾਂ ਟਾਈਮ ਬਹੁਤ ਲੱਗ ਜਾਣਾ, ਹੁਣ ਕੈਂਚੀ ਇਹਨਾਂ ਨੇ ਜਿਵੇਂ ਚੂਹਾ ਖਾਂਦਾ ਹੁੰਦਾ ਨਾ ਬੋਰੀ ਨੂੰ, ਐਂ ਕਰਕੇ ਤੇ ਕੱਟਤਾ। ਕਹਿੰਦੇ ਆਹ ਚੱਕੋ। ਫਿਰ ਆਪਦੇ ਟਵਿੱਟਰ ਦੇ ਉੱਤੇ ਆਪੇ ਵੀਡੀਓ ਪਾਈ ਵੀ ਮੈਂ ਨਵਾਂ ਰਿਕਾਰਡ ਬਣਾਤਾ। ਦੰਦਾਂ ਨਾਲ ਰੀਬਨ ਕਟਾਉਣ ਲਈ ਅੱਜ ਹੀ ਸੰਪਰਕ ਕਰੋ। ਇਦਾਂ ਵੀ ਹੁੰਦਾ। ਆਏ ਹਾਏ, ਪਰ ਇੰਨੇ ਕਾਲੇ ਸੀ ਵੀ 2 ਮਿੰਟ ਉਡੀਕ ਨਾ ਸਕੇ ਵੀ ਕੈਂਚੀ ਹੋਰ ਕੰਮ ਵੀ ਹੋਊਗਾ ਨਾ। ਇਹ ਵੀ ਗੱਲ ਸਹੀ ਹੈ। ਟਾਣਾ ਸਾਹਿਬ, ਕਿਉਂਕਿ ਦੇਖੋ ਅਗਲੇ ਨੇ ਕਿਤੇ ਹੋਰ ਵੀ ਜਾਣਾ ਹੋਊਗਾ। ਵੈਸੇ ਵੀ ਜਦ ਤੇ ਰੀਬਨ ਨਾ ਕੱਟ ਦੇਣ, ਜਦ ਤੇ ਉਦਘਾਟਨ ਨਾ ਹੋ ਜਾਣ, ਤਦ ਤੇ ਆਪਾਂ ਕੋਈ ਚੀਜ਼ ਜਿਹੜੀ ਆ ਉਹਨੂੰ ਸੰਪੂਰਨ ਨਹੀਂ ਮੰਨਦੇ। ਆ ਸਾਡੇ ਤਾਂ ਇੱਥੇ ਪੁੱਲ ਕਈ ਬਣੇ ਦੇ ਬਣੇ ਰਹਿ ਜਾਂਦੇ ਆ। ਉਦਘਾਟਨ ਨਹੀਂ ਹੋਇਆ ਹੁੰਦਾ ਨਾ। ਤੇ ਆ ਜਲਿਆਂਵਾਲੇ ਬਾਗ ਦਾ ਵੀ ਤਾਂ ਹੀ ਰਹਿੰਦਾ ਸੀ। ਆ ਪਹਿਲਾਂ ਕਰਨਾ ਸੀਗਾ 26 ਜਨਵਰੀ ਨੂੰ ਉਦਘਾਟਨ, ਤੇ ਕਹਿੰਦੇ ਜਨਾਬ ਕੋਲੇ ਵਕਤ ਹੈ ਨਹੀਂ। ਫਿਰ ਕਹਿੰਦੇ 13 ਅਪ੍ਰੈਲ ਨੂੰ ਕਰਾਂਗੇ, ਜਨਾਬ ਕੋਲੇ ਫੇਰ ਵਕਤ ਹੈ ਨਹੀਂ। ਫਿਰ ਕਹਿੰਦੇ 15 ਅਗਸਤ ਪੱਕੀ, ਜਨਾਬ ਕੋਲੇ ਫੇਰ ਵਕਤ ਹੈ ਨਹੀਂ। ਤੇ ਹੁਣ ਜੇ ਕੀਤਾ ਉਹ ਵੀ ਸਿਰਫ ਵੀਡੀਓ ਰਾਹੀਂ। ਹਾਂ, ਆਪ ਨਹੀਂ ਆਏ। ਆਪ ਕਿੱਥੇ ਵਕਤ ਲੱਗਦਾ? ਆਪ ਤਾਂ ਅਮਰੀਕਾ ਜਾਣਗੇ ਹੁਣ, ਗੱਲ ਹੋ ਗਈ ਹੈ। ਅੱਛਾ, ਪੰਜਾਬ ਨਹੀਂ। ਆਪਾਂ ਪੰਜਾਬ ਹੀ ਅਮਰੀਕੇ ਵੱਲ ਨੂੰ ਸ਼ਿਫਟ ਕਰਾ ਲਈਏ। ਮੇਰੀ ਆਪੇ ਤਾਂ ਕਹਿੰਦੀ ਸੀ ਪਿਛਲੀ ਸਰਕਾਰ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ। ਉਹ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ। ਚਲੋ ਠੀਕ ਹੈ, ਮਿਹਨਤ ਵਾਲੀ ਗੱਲ ਹੈ। ਚਲਿਏ ਆਪਾਂ ਟਹਿਣਾ ਸਾਹਿਬ, ਸਾਡੇ ਜਾਣ ਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।